ਸਤਿ ਸ਼੍ਰੀ ਅਕਾਲ। ਸਵਾਗਤ ਸਭ ਟਿਵਾਣਾ ਟੀਵੀ ਤੇ ਰੇਡੀਓ ਨਾਲ ਜੁੜੇ ਸਤਿਕਾਰਤ ਸੱਜਣਾਂ ਨੂੰ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਿਓ, ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਮੇਰੇ ਨਾਲ ਐਡਵੋਕੇਟ ਸੁਰਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ। ਮਿਹਰਬਾਨੀ ਸੁਰਿੰਦਰ ਜੀ। ਅਕਸਰ ਕਈ ਗੱਲਾਂ ਦੀ ਦੁਚਿੱਤੀ, ਹਿੰਦੀ ਵਾਲਾ ਸਮੰਜਸ ਜਿਹੜਾ ਪੰਜਾਬੀ ਵੀ ਕਹਿਣ ਲੱਗ ਪਏ, ਭੰਬਲ ਭੂਸਾ ਬਣ ਜਾਂਦਾ ਹੈ। ਸੁੰਦਰ ਸ਼ਾਮ ਅਰੋੜਾ ਹੈ ਜਾਂ ਸ਼ਾਮ ਸੁੰਦਰ ਅਰੋੜਾ ਹੈ, ਪਰ ਜਿਵੇਂ ਚਰਚਾ 'ਚ ਆਇਆ, ਵਿਜੀਲੈਂਸ ਨੇ ਚੁੱਕ ਲਿਆ। ਮਨਮੋਹਨ ਕੁਮਾਰ ਹੋਰਾਂ ਨਾਲ ਜਾਣ ਪਛਾਣ ਸੀ ਵਿਜੀਲੈਂਸ ਅਧਿਕਾਰੀ ਨਾਲ। ਦੀਵਾਲੀ ਦੇਣ ਸਮੇਂ ਤੋਂ ਪਹਿਲਾਂ ਹੀ ਚੱਲ ਗਿਆ। ਕਰੋੜ ਰੁਪਈਆ ਕਹਿੰਦਾ ਦੇ ਦਾਂਗਾ, 50,000 ਕੈਸ਼ ਦੇ ਕੇ ਜਦੋਂ ਦੇਣ ਗਿਆ ਰਿਸ਼ਵਤ, ਮਨਮੋਹਨ ਕੁਮਾਰ ਹੋਰਾਂ ਨੂੰ ਚੁੱਕ ਲਿਆ ਤੇ ਸਲਾਖਾਂ ਦੇ ਪਿੱਛੇ ਆ। ਵਿਜੀਲੈਂਸ ਨੇ ਖੁਲਾਸਾ ਕਰ ਦਿੱਤਾ, ਪਟਾਕੇ ਪਹਿਲਾਂ ਹੀ ਪੈਣ ਲੱਗ ਪਏ ਨੇ। ਦੀਵਾਲੀ ਨੂੰ ਪਟਾਕੇ ਵੀ ਮਹਿੰਗੇ ਹੋ ਗਏ ਨੇ। ਹੋਰ ਵੀ ਕਈ ਸਾਰੀਆਂ ਖਬਰਾਂ ਨੇ। ਇਸ ਦੌਰਾਨ ਸੁੰਦਰ ਸ਼ਾਮ ਅਰੋੜਾ ਤੇ ਇਹ ਜਿਹੜੀਆਂ ਕਾਲੀਆਂ ਸ਼ਾਮਾਂ ਕਿਵੇਂ ਢਹਿ ਪਈਆਂ। ਕਾਂਗਰਸ ਛੱਡ ਕੇ ਮੋਦੀ ਸਾਹਿਬ ਦੀ ਛਤਰ ਛਾਇਆ 'ਚ ਆਏ ਬੱਚੇ ਫਿਰ ਵੀ ਨਹੀਂ। ਕਾਰਨ ਕੀ ਹੈ? ਕਿਉਂਕਿ ਇੱਕ ਮਿੱਥ ਬਣੀ ਹੈ ਕਿ ਜਿਹੜਾ ਬੰਦਾ ਕਾਂਗਰਸ ਛੱਡ ਕੇ, ਆਪਣੀ ਪਾਰਟੀ ਛੱਡ ਕੇ ਬੀਜੇਪੀ ਦੀ ਸ਼ਰਨ 'ਚ ਜਾਂਦਾ, ਉਹਦਾ ਵਾਲ ਵਿੰਗਾ ਨਹੀਂ ਹੁੰਦਾ। ਅਤੇ ਕੀ ਉਸ ਮਿੱਥ ਨੂੰ ਤੋੜਿਆ ਗਿਆ ਕਿ ਬੀਜੇਪੀ ਦੀ ਸ਼ਰਨ 'ਚ ਜਾਣ ਵਾਲੇ ਵੀ ਦੋਸ਼ੀ ਬਖਸ਼ੇ ਨਹੀਂ ਜਾਣਗੇ ਵਿਜੀਲੈਂਸ ਪੰਜਾਬ ਭਗਵੰਤ ਮਾਨ ਸਰਕਾਰ ਵੱਲੋਂ, ਜਾਂ ਕੋਈ ਹੋਰ ਕਾਰਨ ਹੈ ਸੁੰਦਰ ਸ਼ਾਮ ਅਰੋੜਾ ਦਾ, ਜਾਂ ਜੁਰਮ ਹੀ ਇੰਨਾ ਜਿਹੜਾ ਵਿਜੀਲੈਂਸ ਨੇ ਉਸ ਨੂੰ ਚੁੱਕ ਲਿਆ? ਬੀਜੇਪੀ ਦਾ ਵੱਡਾ ਨੇਤਾ ਹੈ ਜਿਹਦੇ ਗੱਲ ਨੂੰ ਹੱਥ ਪਾਇਆ ਸੀਐਮ ਪੰਜਾਬ ਨੇ ਜੀ। ਪਰਮਿੰਦਰ, ਪਹਿਲੀ ਗੱਲ ਤੇ ਹੈ ਕਿ ਸਿਆਸਤ 'ਚ ਵਿਅਕਤੀ ਹੋਵੇ ਤੇ ਕੋਈ ਘਪਲਾ ਨਾ ਹੋਵੇ, ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਜੀ। ਮਤਲਬ ਹੁਣ ਆਪਾਂ ਕਹੀਏ ਬੰਦਾ ਠੇਕੇ ਦੇ ਅੰਦਰ ਬੈਠਾ ਹੋਵੇ ਤਾਂ ਕਹੀਏ ਜੀ ਨਹੀਂ ਜੀ ਉਹ ਤਾਂ ਕਰਦਾ ਹੀ ਕੱਖ ਨਹੀਂ ਆ, ਉਹ ਤਾਂ ਬੰਦਾ ਸੋਫੀ ਆ, ਇਹ ਤਾਂ ਕਦੀ ਹੁੰਦਾ ਨਹੀਂ ਹੈ। ਠੀਕ ਹੈ ਨਾ। ਖਾਤਾ ਖੁੱਲਿਆ, ਹੱਥ 'ਚ ਮੋਹਰੇ ਬੋਤਲ ਪਈ ਹੋਵੇ ਤੇ ਬੰਦੇ ਦੇ ਮੋਹਰੇ ਗਲਾਸ ਪਿਆ ਹੋਵੇ, ਫਿਰ ਕਹਿ ਜੀ ਕਿ ਬੰਦਾ ਤਾਂ ਬਹੁਤ ਸੋਫੀ ਆ ਜੀ, ਬੰਦੇ ਦਾ ਤਾਂ ਕੋਈ ਲੈਣ ਦੇਣ ਹੀ ਨਹੀਂ, ਇਹ ਤਾਂ ਕਦੀ ਹੋ ਨਹੀਂ ਸਕਦਾ, ਕਿਉਂਕਿ ਸਿਆਸਤ। ਹੁਣ ਰਹਿ ਗਈ ਗੱਲ ਇਸ ਤੋਂ ਅੱਗੇ, ਤੁਸੀਂ ਕਿਹਾ ਕਿ ਵੀ ਕੀ ਬਚ ਸਕਦਾ ਸੀ ਕਿ ਜਾਂ ਜਾਣ ਬੁੱਝ ਕੇ ਕੀਤਾ ਗਿਆ ਜਾਂ ਜੁਰਮ ਵੱਡਾ। ਪਰਮਿੰਦਰ, ਹੁਣ ਗੱਲ ਤਾਂ ਸਭ ਤੋਂ ਵੱਡੀ ਆ ਕਿ ਬੀਜੇਪੀ ਨੂੰ ਜ਼ਰੂਰਤ ਕਿਹਦੀ ਸੀ? ਸੁਨੀਲ ਜਾਖੜ ਵਰਗੇ ਦੀ ਸੀਗੀ, ਕਿਉਂਕਿ ਫਿਰੋਜ਼ਪੁਰ ਦਾ ਏਰੀਆ ਖਾਲੀ ਸੀ ਤੇ ਉਹਨਾਂ ਨੂੰ ਉਹ ਤਾਕਤ ਵਿਅਕਤੀ ਉੱਧਰ ਮਿਲ ਗਿਆ। ਸੁਨੀਲ ਜਾਖੜ ਦੀ ਮੁਸ਼ਕਲ ਇਹ ਸੀ ਕਿ ਉਹਨੂੰ ਮੁੱਖ ਮੰਤਰੀ ਬਣਦੇ ਬਣਦੇ ਨੂੰ ਰੋਕ ਦਿੱਤਾ ਸੀ, ਉਹ ਬੀਜੇਪੀ 'ਚ ਚੱਲ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਤੋਂ ਉਤਾਰਿਆ ਸੀ, ਉਹ ਇਸ ਕਰਕੇ ਬੀਜੇਪੀ 'ਚ ਚੱਲ ਗਿਆ। ਬੀਜੇਪੀ ਨੇ ਕਿਹਾ ਚਲੋ ਇੱਕ ਸਿੱਖ ਚਿਹਰਾ ਮਿਲ ਗਿਆ। ਕੇਵਲ ਸਿੰਘ ਢਿੱਲੋਂ ਆਇਆ ਸੰਗਰੂਰ 'ਚ, ਕੋਈ ਉਹਨਾਂ ਕੋਲ ਮੈਂਬਰ ਆਪਣੀ ਪਾਰਲੀਮੈਂਟ ਦੀ ਚੋਣ ਲੜਾਉਣ ਲਈ ਕੈਂਡੀਡੇਟ ਨਹੀਂ ਸੀ, ਉਹਨਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਅਸੈਪਟ ਕਰ ਲਿਆ। ਹੁਣ ਗੱਲ ਤਾਂ ਇਹ ਹੈ ਸਭ ਤੋਂ ਵੱਡੀ ਪਰਮਿੰਦਰ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਸੀ, ਉਸ ਤੋਂ ਬਾਅਦ ਕੈਪਟਨ ਨੂੰ ਉਤਾਰ ਕੇ ਚਰਨਜੀਤ ਚੰਨੀ ਦੀ ਸਰਕਾਰ ਬਣੀ, ਉਹਦੇ 'ਚ ਜਿਹੜੇ ਮੰਤਰੀਆਂ ਨੂੰ ਉਤਾਰਿਆ ਗਿਆ ਉਹਨਾਂ 'ਚ ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ ਤੇ ਉਹਨਾਂ ਦੇ ਵਿੱਚ ਬਲਵੀਰ ਸਿੰਘ ਸਿੱਧੂ ਵੀ ਸੀ। ਹੁਣ ਇਹ ਵਿਅਕਤੀ ਸੀ, ਉਹਦੇ 'ਚ ਉਤਾਰੇ ਗਏ। ਹੁਣ ਕੁਦਰਤੀ ਸੀਗਾ ਵੀ ਕੋਈ ਨਾ ਕੋਈ ਕਪੜਾ ਤਾਂ ਸੀ ਤਾਂ ਹੀ ਉਤਾਰੇ। ਜੇ ਆਪਣੀ ਪਾਰਟੀ ਤੇ ਅਨਕੁੱਡੇ ਲੈਣ ਲਾਉਂਦੀ ਹੈ ਤਾਂ ਮਤਲਬ ਕੋਈ ਗੱਲ ਤਾਂ ਹੈਗੀ ਆ। ਹੁਣ ਵਿਰੋਧੀ ਤਾਂ ਕਹਿਣ, ਪਰ ਜੋ ਤੁਹਾਡੀ ਆਪਣੀ ਪਾਰਟੀ ਕਹਿੰਦੀ ਆ, ਈਵਨ ਕਿ ਪ੍ਰੈਸ ਕਾਨਫਰੰਸ ਵੀ ਹੋਈ ਸੀ ਕਿ ਦੇਖੋ ਜੀ ਸਾਨੂੰ ਤਾਂ ਜਾਣ ਬੁੱਝ ਕੇ ਸਾਡੇ ਪਾਰਟੀ ਨੇ ਦਾਗੀ ਕਰਾਰ ਦੇ ਦਿੱਤਾ। ਹੁਣ ਪਰਮਿੰਦਰ, ਜਦੋਂ ਕਪੜੇ ਇੰਨੇ ਹੋ ਗਏ, ਇੰਨਾ ਕੁਛ ਹੋ ਗਿਆ, ਤੇ ਇਹੀ ਕੁਛ ਵਾਪਰਨਾ ਸੀ ਜਿਹੜਾ ਕੁਛ ਵਾਪਰ ਗਿਆ। ਹੁਣ ਆਮ ਜੀ ਉਹ ਕਹਾਵਤ ਪੰਜਾਬੀ ਦੀ, ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ, ਉਹ ਮੈਨੂੰ ਯਾਦ ਆਉਂਦਾ। ਆਪਾਂ ਚੈਰੀ ਦੇ ਖੇਤ ਹੁੰਦੇ ਸੀ ਨਾ, ਉਹ ਚੂਹੇ ਜਿਹੜੇ ਸੀ ਉਹ ਬੜੀ ਚੈਰੀ ਟੁੱਕਦੇ ਹੁੰਦੇ ਸੀ, ਤੇ ਜਦੋਂ ਚੈਰੀ ਵੜਦੇ ਹੋਣਾ ਕਹਿਣਾ ਏਦਾਂ ਕਰੋ, ਇਹਨੂੰ ਪਾਣੀ ਲਾਓ ਤੇ ਡੰਡੇ ਲੈ ਕੇ ਖੜੇ ਹੋ ਜਾਓ। ਤੇ ਫਿਰ ਜਿੱਥੇ ਜਿੱਥੇ ਵੀ ਨਿਕਲਦਾ ਸੀ, ਉਹ ਕਈ ਵਾਰੀ ਅੰਦਰ ਉੱਪਰਲੀ ਛੱਤ ਜੀ ਤੇ ਚੜ ਜਾਂਦਾ। ਕਹਿੰਦੇ ਜੀ ਪਾਣੀ ਲਾਓ, ਪਾਣੀ ਨਾਲ ਨੱਕੋ ਤੱਕ ਖੇਤ ਭਰ ਦੋ, ਫਿਰ ਨਿਕਲਣਗੇ ਤੇ ਇਹਨੂੰ ਡੰਡਿਆਂ ਨਾਲ ਕੁੱਟੋ। ਤੇ ਉਹ ਤਾਂ ਕਰਕੇ ਇਹ ਆ ਵੀ ਉਹ ਫਿਰ ਚੂਹੇ ਉਦੋਂ ਕਾਬੂ ਆਉਂਦੇ ਸੀ। ਹੁਣ ਵੀ ਅਗਲਾ ਘਪਲੇ ਜੇ ਨਹੀਂ ਸੀ ਕੀਤੇ ਤਾਂ ਫਿਰ ਜਾਣ ਦੀ ਕੀ ਜ਼ਰੂਰਤ ਸੀ? ਕਹਿੰਦਾ ਕਿ ਜਿਸ ਤਰ੍ਹਾਂ ਉਸ ਵਿਜੀਲੈਂਸ ਦੇ ਉੱਚ ਅਧਿਕਾਰੀ ਮਨਮੋਹਨ ਕੁਮਾਰ ਦੇ ਘਰੇ ਗਿਆ ਇੱਕ ਦਿਨ ਪਹਿਲਾਂ, 14 ਤਰੀਕ ਨੂੰ, ਕਹਿੰਦਾ ਕਰੋੜ ਰੁਪਇਆ ਦੇ ਦਾਂਗਾ, ਮੈਨੂੰ ਕੇਸ 'ਚੋਂ ਕੱਢੋ। ਅਤੇ ਉਸ ਤਰ੍ਹਾਂ ਟਰੈਪ ਲੱਗਿਆ ਅਤੇ ਫਿਰ 50 ਲੱਖ ਰੁਪਏ ਦੀ ਰਿਸ਼ਵਤ ਦੇ ਨਾਲ ਰੰਗੇ ਹੱਥੀਂ ਫੜਿਆ ਗਿਆ। ਇਹਦੇ 'ਚ ਇੱਕ ਪਾਸੇ, ਦੂਜੇ ਪਾਸੇ ਵੇਖੋ ਕਿ ਮਨੀਸ਼ ਸਿਸੋਦੀਆ ਨੂੰ ਵੀ CBI ਨੇ ਸੰਮਨ ਜਾਰੀ ਕਰ ਦਿੱਤੇ ਨੇ। ਵਿਜੀਲੈਂਸ ਜਿਹੜਾ ਐਕਸਾਈਜ਼ ਆਬਕਾਰੀ ਨੀਤੀ 'ਚ ਸ਼ਰਾਬ ਘੁਟਾਲੇ ਦਾ ਕੇਸ ਚੱਲ ਰਿਹਾ। ਦੇਸ਼ ਭਰ ਦੇ ਵਿੱਚ ਮੁੱਖ ਵਿਰੋਧੀ ਧਿਰ ਦੇ ਤੌਰ 'ਤੇ ਭਾਜਪਾ ਦੇ ਅੱਗੇ ਆਮ ਆਦਮੀ ਪਾਰਟੀ ਹੀ ਨਜ਼ਰ ਆਉਂਦੀ ਹੈ। ਜਾਣੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਹੀ ਨਜ਼ਰ ਆਉਂਦੀ ਹੈ। ਗੁਜਰਾਤ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਅਤੇ ਕੇਜਰੀਵਾਲ ਸਾਹਿਬ ਉੱਥੇ ਪੁੱਜੇ ਨੇ। ਹਿਮਾਚਲ 'ਚ ਚੋਣਾਂ ਨੇ, ਉੱਥੇ ਹਰਜੋਤ ਬੈਂਸ ਹੋਰਾਂ ਨੂੰ ਜਿਹੜਾ ਇੰਚਾਰਜ ਬਣਾ ਕੇ ਭੇਜਿਆ ਗਿਆ।
ਹੁਣ ਇੱਕ ਗੱਲ ਦੱਸੋ, ਇੱਕ ਸਵਾਲ ਜੇਨ 'ਚ ਆਉਂਦਾ ਕਿ ਜਿਵੇਂ ਇਹਨਾਂ ਦੇ ਸ਼ੀਤਲ ਅੰਗਰਾਲ ਜਾਂ ਹੋਰਨਾਂ ਨੇ ਐਲਾਨ ਕੀਤਾ ਸੀ, ਕੋਈ ਕਹਿੰਦਾ ਮੈਨੂੰ ਕਰੋੜ ਰੁਪਏ ਦੀ ਬੀਜੇਪੀ ਨੇ ਆਫਰ ਦਿੱਤੀ, ਕੋਈ ਕਹਿੰਦਾ 25 ਕਰੋੜ ਦੀ ਦਿੱਤੀ, ਕੋਈ ਕਹਿੰਦਾ 100 ਕਰੋੜ ਦੀ ਦਿੱਤੀ, ਸੌਰੀ, ਤੇ 25 ਕਰੋੜ ਦੀ ਰਿਸ਼ਵਤ ਦਾ ਐਲਾਨ ਕੀਤਾ। ਪਰ ਜੇ ਹੁਣ ਵਿਜੀਲੈਂਸ ਨੂੰ ਇਹ ਰਿਸ਼ਵਤ ਦਿੰਦਾ ਫੜ ਲਿਆ ਗਿਆ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਤਾਂ ਸਗੋਂ ਜ਼ਿਆਦਾ ਵਧੀਆ ਸੀ, ਹੋ ਸਕਦਾ ਉਹਨਾਂ ਵੱਲੋਂ ਆਏ ਕੈਸ਼ ਨੂੰ ਉਹ ਸ਼ੋਅ ਹੀ ਨਾ ਕਰਦੇ, ਗਵਰਨ ਕਰ ਲੈਂਦੇ। ਜਿਵੇਂ ਹੁਣ ਉਹਨਾਂ ਨੂੰ ਇਹ ਪ੍ਰਪੋਜ਼ਲ ਆਈ ਸੀ, ਜਿਵੇਂ ਹੁਣ ਸਪੋਜ਼ ਕਰੋ ਹੁਣ ਇਹਦੇ ਸ਼ਾਮ ਸੁੰਦਰ ਸ਼ਾਮ ਅਰੋੜਾ ਦੇ ਘਰ ਦੇ ਵੀ ਛਾਪਾ ਮਾਰਿਆ, 2.5-3 ਘੰਟੇ ਉਹਦੇ ਹੁਸ਼ਿਆਰਪੁਰ ਘਰ ਦੇ ਵਿੱਚ ਤਲਾਸ਼ੀ ਹੋਈ ਹੈ ਵਿਜੀਲੈਂਸ ਵੱਲੋਂ। ਇਸ ਦੌਰਾਨ ਉਹਦਾ ਪਰਿਵਾਰ ਦੋਸ਼ ਲਾ ਰਿਹਾ ਕਿ ਬਿਨਾਂ ਵਜ੍ਹਾ ਪੋਲੀਟੀਕਲ ਵੈਂਡੈਟੇ ਦੇ ਅਧੀਨ ਫਸਾਇਆ ਗਿਆ, ਮੰਨਿਆ। ਪਰ ਇਸ ਦੌਰਾਨ ਜਿਹੜੇ ਐਮਐਲਏ ਨੂੰ 25 ਕਰੋੜ ਤੋਂ 100 ਕਰੋੜ ਰੁਪਈਆ ਰਿਸ਼ਵਤ ਦੇਣ ਦਾ ਐਲਾਨ ਕੀਤਾ, ਜਿਵੇਂ ਦਾਅਵਾ ਕਰਦੇ ਨੇ ਸ਼ੀਤਲ ਅੰਗਰਾਲ ਜਾਂ ਹੋਰ ਕਿ ਸਾਡੇ ਵਿਧਾਇਕ ਪੁੱਟਣ ਲਈ ਇਹ ਰਿਸ਼ਵਤ ਦੀ ਆਫਰ ਸਾਨੂੰ ਕੀਤੀ ਗਈ ਹੈ, ਤਾਂ ਵਿਜੀਲੈਂਸ ਨੇ ਜਾਂ ਇਹ ਵਿਧਾਇਕਾਂ ਨੇ ਉਹ 100 ਕਰੋੜ ਰੁਪਈਆ ਕਿਉਂ ਨਕਾਰਿਆ? ਜੇ ਹੁਣ ਇਹ ਪੈਸੇ ਲੈ ਕੇ ਗਿਆ ਸੀ, ਚੱਕ ਲਿਆ, ਕੇਸ ਪ੍ਰੋਪਰਟੀ ਬਣ ਗਿਆ, 50 ਲੱਖ ਰੁਪਈਆ ਰੰਗੇ ਹੱਥੀਂ ਫੜਿਆ ਗਿਆ, ਛੁੱਟਣਾ ਵੀ ਮੁਸ਼ਕਿਲ ਹੈ। ਪਰ ਉਦੋਂ ਇਹਨਾਂ ਐਮਐਲਏ ਨੂੰ ਜੇ ਵਾਕਈ ਆਫਰ ਆਈ ਸੀ ਤਾਂ ਉਹਨਾਂ ਨੇ ਇਹ ਟਰੈਪ ਕਿਉਂ ਨਹੀਂ ਲਵਾਇਆ ਵਿਜੀਲੈਂਸ ਨੂੰ ਨਾਲ ਹੋ ਕੇ ਕਿ ਸਾਨੂੰ ਰਿਸ਼ਵਤ ਦੇਣ ਆ ਰਹੇ ਨੇ? ਕੀ ਜਾਪਦਾ ਕੀ ਹੈ ਇਸ ਗੇਮ ਦੇ ਵਿੱਚ? ਕਿ ਫਿਰ ਉਹ ਝੂਠ ਸੀ ਜਾਂ ਹੋਣ ਵਾਲਾ ਝੂਠ ਹੈ? ਜੇ ਪੈਸੇ ਦੇਣ ਆਉਂਦਾ ਤਾਂ ਤੁਸੀਂ ਸਣੇ ਪੈਸੇ ਫੜਾਉਂਦੇ ਅਗਲੇ ਨੂੰ, ਪਰ ਉਹ ਟਰੈਪ ਨੂੰ ਮਚੂਰ ਨਹੀਂ ਕੀਤਾ। ਆਮ ਆਦਮੀ ਪਾਰਟੀ ਨੇ ਸਿਰਫ ਰੌਲਾ ਪਾਇਆ ਕਿ ਹਾਂ ਸਾਨੂੰ 100 ਕਰੋੜ 'ਚ ਖਰੀਦਦੇ ਨੇ। ਦੂਸਰਾ, ਜਿਵੇਂ ਹੁਣ ਇਹ ਕੇਸ ਉੱਭਰ ਰਹੇ ਨੇ, ਮਨੀਸ਼ ਸਿਸੋਦੀਆ ਨੂੰ ਸੀਬੀਆਈ ਦਾ ਨੋਟਿਸ ਆ ਗਿਆ, ਇੱਧਰ ਵਿਜੀਲੈਂਸ ਨੇ ਬੀਜੇਪੀ ਦਾ ਬੰਦਾ ਚੱਕ ਲਿਆ। ਕੀ ਇੱਕ ਉਹ ਬਣੀ ਹੋਈ ਮਿੱਥ ਤੋੜੀ ਜਾ ਰਹੀ ਹੈ ਕਿ ਜਿਹੜਾ ਬੀਜੇਪੀ ਦੀ ਸ਼ਰਨ 'ਚ ਗਿਆ ਉਹਨੂੰ ਬੀਜੇਪੀ ਦੇ 'ਚ ਜਾਣ ਕਰਕੇ ਵਿਜੀਲੈਂਸ ਪੰਜਾਬ ਜਾਂ ਈਡੀ ਕੁਛ ਨਹੀਂ ਕਹੇਗੀ? ਪਰ ਇਹ ਐਮਐਲਏ ਵਾਲੇ ਰਿਸ਼ਵਤ ਦਾ ਮਾਮਲਾ ਫਿਰ ਉਹ ਕਿਉਂ ਨਹੀਂ ਇੱਦਾਂ ਫੜੇ ਗਿਆ ਜੇ ਇਹ ਸੁੰਦਰ ਸ਼ਾਮ ਅਰੋੜਾ ਫੜਿਆ ਗਿਆ ਕੈਸ਼ ਦੇ ਸਮੇਤ? ਜੀ ਪਰਮਿੰਦਰ, ਪਹਿਲੀ ਗੱਲ ਤਾਂ ਆਪਾਂ ਦੇਖਿਆ ਕਿ ਕਾਲੇ ਰੰਗ ਦੇ ਕੱਟੇ ਦਾ ਤੇ ਬੂਰੇ ਰੰਗ ਦੇ ਕੱਟੇ ਦਾ ਦੋਵਾਂ ਦਾ ਬਹੁਤ ਫਰਕ ਹੁੰਦਾ ਸੀ। ਬੂਰੇ ਰੰਗ ਦੇ ਕੱਟੇ ਦਾ ਤਾਂ ਮੱਝ ਦਾ ਬਹੁਤਾ ਮੁੱਲ ਨਹੀਂ ਸੀ ਪੈਂਦਾ ਹੁੰਦਾ, ਕਹਿੰਦਾ ਰਹਿਣ ਦੇ ਯਾਰ ਬੂਰੇ ਰੰਗ ਦਾ, ਇਹ ਕੱਟੇ ਦਾ ਨਹੀਂ, ਕਹਿੰਦਾ ਫ੍ਰੀ 'ਚ ਦੇਣਾ ਦੇ ਦੇ, ਨਹੀਂ ਤਾਂ ਅਸੀਂ ਨੀਲ ਜਾਂਦੇ। ਕਈ ਵਾਰੀ ਫ੍ਰੀ 'ਚ ਫੜਾਉਣਾ ਪਈ, ਕਿਉਂਕਿ ਉਹ ਮਿਕਸ ਬਰੀਡ ਹੁੰਦੀ ਸੀ ਨਾ, ਨੀਲੀ ਰਾਵੀ ਤੇ ਜਿਹੜੀ ਦੂਸਰੀ ਮੋਹਰਾ ਨਸਲ ਸੀ ਨਾ, ਜੇ ਉਹਨਾਂ ਦੀ ਬਰੀਡ ਮਿਕਸ ਹੁੰਦੀ ਸੀ ਉਹ ਤੋਂ ਬੂਰੀ ਮੱਝ ਪੈਦਾ ਹੁੰਦੀ ਸੀ। ਇਹ ਕਹਿੰਦੇ ਸੀ ਮਿਕਸ ਬਰੀਡ ਆ, ਬੇਰੜਾ ਆ। ਪਰ ਜਦੋਂ ਉਦਾਹਰਨ ਦਿੰਦੇ ਅਗਲਾ ਕਹਿੰਦਾ ਬੂਰੀਆਂ ਝੋਟੀਆਂ ਚੁੰਗੀਆਂ, ਉਹ ਪਤਾ ਨਹੀਂ ਕੀ ਖਾਸੀਅਤ ਸੀ ਬੂਰੀ ਮਹਿ ਦੀ। ਖੈਰ, ਇਹ ਜਿਹੜਾ ਹੁਣ ਗੱਲ ਤਾਂ ਇਹ ਹੈ ਕਿ ਬਹੁਤ ਸਾਰੇ ਮਾਮਲਿਆਂ 'ਚ ਛੱਡਿਆ ਮੱਝ ਥੱਲੇ ਤੇ ਜਾਵੜਿਆ ਝੋਟੇ ਥੱਲੇ ਵਾਲੀ ਸਥਿਤੀ ਹੈ ਸਰਕਾਰਾਂ ਦੀ, ਖਾਸ ਕਰਕੇ ਪੰਜਾਬ ਸਰਕਾਰ ਦੀ। ਜੇ ਹੁਣ ਸੁੰਦਰ ਸ਼ਾਮ ਅਰੋੜਾ ਪੈਸਿਆਂ ਸਮੇਤ ਚੱਕਿਆ ਗਿਆ ਤਾਂ ਬਾਕੀ ਜਿਹੜੇ ਐਮਐਲਏ ਨੂੰ ਆਫਰ ਆਈ ਸੀ ਉਹ ਕਿਉਂ ਨਹੀਂ ਚੱਕੇ ਗਏ ਇੱਦਾਂ ਹੀ? ਸਗੋਂ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਕਿ ਦੇਖੋ ਇੰਨਾ ਕੈਸ਼ ਵੀ ਫੜਿਆ ਗਿਆ, ਚਾਹੇ ਉਹਦੇ ਵਿੱਚੋਂ ਰੱਖ ਹੀ ਲੈਂਦੇ, ਜਿਵੇਂ ਹਵਾਲਾ ਵਾਲੇ ਰੱਖ ਲੈਂਦੇ ਆ ਕਈ ਵਾਰੀ ਅੱਧ ਬਚੱਧ। ਜੀ ਪਰਮਿੰਦਰ, ਮੈਂ ਪਹਿਲਾਂ ਕਿਹਾ ਬੂਰੇ ਕੱਟੇ ਦਾ ਕੌਣ ਮੁੱਲ ਲਾਉਂਦਾ? ਕੋਈ ਨਹੀਂ ਲਾਉਂਦਾ ਹੁੰਦਾ। ਬੂਰਾ ਕੱਟਾ ਤਾਂ ਹੀ ਕਿੱਲੇ ਤੇ ਨਾ ਗੇੜੇ ਦੇ ਜਾਂਦਾ ਹੁੰਦਾ ਵੀ ਮੈਂ ਉਹ ਵੀ ਆ ਗਿਆ ਲੈਣ, ਮੈਨੂੰ ਉਹ ਵੀ ਆ ਗਿਆ, ਕੋਈ ਨਹੀਂ ਉਹਦੀ ਕੀਮਤ ਲਾਉਂਦਾ ਹੁੰਦਾ। ਉਹ ਤਾਂ ਅਖੀਰ ਜੱਟ ਨਾ ਅੱਕਿਆ ਹੋਇਆ ਨਾ, ਜਦੋਂ ਦੇਖਦਾ ਵੀ ਇਹ ਕਿੱਲੇ ਦੇ ਖੌਰੂ ਪੱਟਿਆ ਹੋਇਆ, ਅਗਲਾ ਨਾ ਰੱਸਾ ਖੋਲਦਾ ਤਾਂ 2 ਮਾਰਦਾ, ਪਿੱਛੋਂ ਟੰਬੇ, ਕਹਿੰਦਾ ਦੌੜ ਨਿਕਲ ਬਾਹਰ, ਯਾਰ ਕੱਢ ਇਹਨੂੰ ਗੇਟੋਂ ਬਾਹਰ। ਉਹ ਕੰਮ ਹੁੰਦਾ। ਵੈਸੇ ਹੁਣ ਕਿਹਨੇ ਲਾਇਆ ਮੁੱਲ, ਕਿਹਨੇ ਲਾਉਣਾ? ਬੂਰੀਆਂ ਮੱਝਾਂ ਹੁਣ ਘਟ ਗਈਆਂ ਸੁਰਿੰਦਰ ਜੀ, ਹੈ ਨਾ? ਬੇਰੜਾ ਸਿਸਟਮ ਜਿਹੜਾ ਦੋਗਲਾ ਸਿਸਟਮ ਘਟ ਗਿਆ ਨਾ। ਹਾਂ, ਹੁਣ ਉਹ ਘਟ ਗਿਆ। ਰਹਿ ਗਈ ਗੱਲ ਇਹਦੀ, ਪਰਮਿੰਦਰ, ਗੱਲ ਇਹ ਸੀ ਕਮਲੇ ਨੇ 50 ਲੱਖ ਵੀ ਦਵਾਇਆ, ਉਹ ਤੈਨੂੰ ਜੇਲ੍ਹ ਭੇਜ ਦਿੰਦੇ, ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੋਣੀ ਸੀ, ਉਹ ਵੀ ਪਤਾ ਨਹੀਂ 10 ਸਾਲਾਂ ਬਾਅਦ ਹੋਣੀ ਸੀ। 10 ਸਾਲਾਂ ਬਾਅਦ ਹੀ ਹੁੰਦੀ, ਹਾਈ ਕੋਰਟ 'ਚ ਅਪੀਲ ਕਰਦਾ, ਜੇ ਹਾਈ ਕੋਰਟ 'ਚ ਸਟੈਂਡ ਕਰਦੀ ਸੁਪਰੀਮ ਕੋਰਟੋਂ ਬਰੀ ਹੋ ਜਾਣਾ ਸੀ। ਉਦੋਂ ਤੱਕ 20-25 ਸਾਲ ਲੰਘ ਜਾਣੇ। ਕਮਲਾ ਬੰਦਾ ਵੀ ਜੇ ਤੂੰ ਕਮਾ ਹੀ ਲਿਆ ਤਾਂ 50 ਲੱਖ ਕਾਹਨੂੰ ਦੇਣ ਤੁਰ ਪਿਆ? ਇੱਕ ਗੱਲ ਤੁਸੀਂ ਗੱਲ ਕੀਤੀ, ਮਤਲਬ ਰਿਸ਼ਵਤ ਦਾ 10-20 ਲੱਖ ਰੁਪਈਏ ਤਾਂ ਚਲੋ ਮੰਨ ਲੈਂਦੇ ਆ ਕਿ ਸਰਕਾਰਾਂ ਕੋਲੋਂ ਪਾ ਦਿੰਦੀਆਂ ਹੋਣੀਆਂ। ਜਿਵੇਂ ਹੁਣ ਉਹ ਹਨੀਪ੍ਰੀਤ ਫੜਿਆ ਗਿਆ ਸੀ, ਕੀ ਨਾਂ ਸੀ ਉਹਦਾ, ਹਨੀ, ਚੰਨੀ ਦਾ ਭਾਣਜਾ ਭੁਪਿੰਦਰ ਹਨੀ, ਉਹਦੇ ਕੋਲੋਂ ਵੀ ਮਾਇਆ ਬਹੁਤ ਫੜੀ ਗਈ ਸੀ, 10 ਲੱਖ ਜਾਂ ਕਿੰਨਾ। ਜਾਣੀ ਜੇ ਮਾਇਆ ਐਡੀ ਤਾਦਾਦ 'ਚ ਫੜੀ ਗਈ ਹੈ ਤਾਂ ਇਹਦਾ ਮਤਲਬ ਵਾਕਈ ਰਿਸ਼ਵਤ ਦੇਣ ਦੀ ਇਹਨੇ ਕੋਸ਼ਿਸ਼ ਕੀਤੀ ਹੈ, ਕਿਉਂਕਿ ਆਪਣੇ ਕੋਲੋਂ ਤਾਂ ਨਹੀਂ ਪਲਾਂਟ ਹੁੰਦੇ ਇੰਨੇ ਪੈਸੇ। ਸਰਕਾਰਾਂ ਕਿਉਂ ਇੰਨਾ ਪੈਸਾ ਪਲਾਂਟ ਕਰ ਰਹੀਆਂ? ਉਹਨਾਂ ਚੱਕਣਾ ਵੈਸੇ ਵੀ ਚੱਕ ਲੈਣਾ ਕਿਸੇ ਰੇਪ ਕੇਸ 'ਚ ਜਾਂ ਹੋਰਾਂ 'ਚ, ਬੜਾ ਕੁਛ ਹੈ। ਪਰ ਇਹ ਜੇ ਕੈਸ਼ ਇੰਨਾ ਫੜੇ ਗਏ ਤਾਂ ਮਤਲਬ ਵਾਕਈ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਮੰਨਦੇ ਹੋ ਤੁਸੀਂ? ਪਰਮਿੰਦਰ, ਬਿਲਕੁਲ ਹੋਈ ਆ, ਇਹਦੇ 'ਚ ਤਾਂ ਕੋਈ ਦੋ ਰਹੇ ਹਨ। ਪਹਿਲੀ ਗੱਲ, ਜਿਸ ਦਿਨ ਉਹਨੂੰ ਪੁੱਛਗਿੱਛ ਲਈ ਜਲੰਧਰ ਬੁਲਾਇਆ ਗਿਆ, ਕਹਿੰਦਾ ਜੀ ਮੈਂ ਉਹਨਾਂ ਨੂੰ ਕਹਿਤਾ ਮੈਂ ਚੋਣ ਲੜੀ ਆ, ਮੇਰੀ ਕਿੰਨੀ ਪ੍ਰਾਪਰਟੀ ਉੱਥੇ ਐਫੀਡੈਵਿਟ ਲੱਗਾ ਹੋਇਆ ਉਹ ਦੇਖ ਲਓ ਜੀ। ਮੈਂ ਉਹ ਡਾਕੂਮੈਂਟ ਕਹਿੰਦਾ ਸਾਰੇ ਦੇ ਆਇਆ। ਹੁਣ ਆਪਾਂ ਨੂੰ ਪਤਾ ਸਿਆਸਤ 'ਚ ਆ ਕੇ ਵਿਅਕਤੀ ਕਹੇ ਮੈਂ ਇਮਾਨਦਾਰ ਆ, ਕਾਹਦੀ ਇਮਾਨਦਾਰੀ ਹੈ? ਜੇ ਇਮਾਨਦਾਰੀ ਹੁੰਦੀ ਤੇ ਚੁੱਪ ਕਰਕੇ ਘਰੇ ਬੈਠਦਾ, ਕੀ ਲੈਣਾ ਸੀ ਸਿਆਸਤ ਤੋਂ? ਸਿਆਸਤ 'ਚ ਆਇਆ ਕਾਹਦੇ ਲਈ? ਕਿ ਪੈਸਾ ਇਕੱਠੇ ਕਰਾਂਗੇ ਤੇ ਜਲਦੀ ਅਮੀਰ ਹੋਵਾਂਗੇ।
ਨਾਮ ਹੋਊਗਾ। ਹੁਣ ਗੱਲ ਸੀ ਜਿਹੜਾ ਕੁਝ ਤੁਸੀਂ ਕਰਨਾ ਸੀ ਕਰ ਲਿਆ, ਕਰਨ ਤੋਂ ਬਾਅਦ ਹੁਣ ਤੁਸੀਂ ਰਿਸ਼ਵਤ ਕਾਹਦੀ ਦੇਣ ਚੱਲ ਗਏ। ਚਲੋ ਮੈਂ ਇੱਕ ਚੀਜ਼ ਦੇਖੀ, ਜਦੋਂ ਗਵਰਨਰੀ ਰੂਲ ਹੁੰਦਾ ਸੀ ਉਦੋਂ ਨਾ ਵਿਅਕਤੀ ਜ਼ਿਆਦਾਤਰ ਲੋਕ ਜਿਹੜੇ ਸੀ ਅਫਸਰਾਂ ਨੂੰ ਦਿਵਾਲੀ ਦੇਣ ਜਾਂਦੇ ਸੀ, ਤੇ ਜਦੋਂ ਸਰਕਾਰ ਹੁੰਦੀ ਆ ਉਦੋਂ ਮੰਤਰੀਆਂ ਤੇ ਐਮਐਲਏ ਕੋਲੇ ਦਿਵਾਲੀ ਜਾਂਦੀ ਆ। ਪਰ ਹੁਣ ਕਿਉਂਕਿ ਵਿਰੋਧੀ ਧਿਰ 'ਚ ਸੀਗਾ ਤੇ ਕਸੂਤਾ ਫਸਿਆ ਹੋਇਆ ਸੀਗਾ, ਤੇ ਕਸੂਤਾ ਫਸਿਆ ਅਖੀਰ ਵਿਚਾਰਾ ਪਹੁੰਚ ਗਿਆ ਦਰਬਾਰ 'ਚ ਇੱਕ ਪੁਲਿਸ ਅਫਸਰ ਦੇ, ਤੇ ਪੁਲਿਸ ਅਫਸਰ ਨੂੰ ਵੀ ਪਤਾ ਸੀ ਜੇ ਲੈ ਕਢਾਇਆ ਤੇ ਜਾਣਾ ਨਹੀਂ, ਤੇ ਪੁਲਿਸ ਅਫਸਰ ਨੇ ਕਿਹਾ ਕਿਉਂ ਨਾ ਨਾਮ ਬਣਾ ਲਾ। ਅਗਲੇ ਨੇ ਨਾਮ ਬਣਾ ਲਿਆ, ਟਰੈਪ ਲੱਗ ਗਿਆ, ਤੇ ਟਰੈਪ ਲੱਗੇ 'ਚ ਕਾਬੂ ਆ ਗਿਆ। ਤੇ ਕਾਬੂ ਵੀ ਤਕਰੀਬਨ ਲਾ ਲਓ ਕਿ ਅੱਜ ਦੇ ਦਿਨ 'ਚ ਆ, ਅੱਧੀ ਰਾਤ ਤੋਂ ਬਾਅਦ ਕਾਬੂ ਕੀਤਾ ਅਗਲਿਆਂ ਨੇ, ਤੇ ਦਿਨ ਚੜ੍ਹਦੇ ਨੂੰ ਲਾਲਾ ਹੋ ਗਈ। ਹੁਣ ਗੱਲ ਇਹ ਆ ਕਿ ਤੁਸੀਂ ਕਮਲਾ ਬੰਦਾ ਕਾਹਦੇ ਲਈ ਪੈਸੇ ਦੇਣ ਚੱਲਿਆ? ਨਾ ਕੱਖ ਇਹਨਾਂ ਕੇਸਾਂ 'ਚ ਹੋਇਆ, ਨਾ ਹੋਇਆ। ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਵਾ। ਕੀ ਹੋਇਆ ਸੀ? 1 ਕਰੋੜ ਰੁਪਇਆ ਜੁਰਮਾਨਾ ਹੋਇਆ ਸੀ ਆਪਣੇ ਨੂੰ, ਸੁੱਚਾ ਸਿੰਘ ਲੰਗਾਹ ਨੂੰ, ਤੇ ਸਜ਼ਾ ਕਿੰਨੀ ਸੀ? 3 ਸਾਲ ਦੀ। ਅਗਲੇ ਕਹਿੰਦੇ ਮੌਕੇ ਤੇ ਜਾਓ, ਵੱਧ ਤੋਂ ਵੱਧ 3 ਸਾਲ, ਇਸ ਤੋਂ ਵੱਧ ਹੋਈ ਨਹੀਂ। ਚਟਾਲੇ ਜ਼ਰੂਰ ਰਿਸ਼ਵਤ ਦੇ ਕੇਸਾਂ 'ਚ ਫਸੇ ਸੀ, ਉਹਨਾਂ ਨੂੰ ਜ਼ਰੂਰ ਹੋਈ, ਬਾਕੀਆਂ ਨੂੰ ਤਾਂ ਅੱਜ ਤੱਕ ਕਦੀ ਕਿਸੇ ਨੂੰ ਹੋਈ ਨਹੀਂ। ਐਨ ਸਾਡੇ ਇੱਕ ਪ੍ਰਧਾਨ ਮੰਤਰੀ ਨਹੀਂ ਹੋਈ ਸੀ, ਨਰਸਿਮਹਾ ਰਾਓ ਨੂੰ। ਇਸ ਕਰਕੇ ਪਰਮਿੰਦਰ ਗੱਲ ਇਹ ਸੀ ਕਿ ਉਹਨੇ ਆਪਣੇ ਆਪ ਨੂੰ ਬਚਾਉਣਾ ਚਾਹਿਆ। ਦੂਸਰੀ ਗੱਲ ਇਹ ਸੀ ਬੀਜੇਪੀ ਨੂੰ ਇਹਨਾਂ ਵਿਅਕਤੀਆਂ ਦੀ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੈ। ਜੇ ਜ਼ਰੂਰਤ ਹੁੰਦੀ ਤੇ ਫਿਰ ਸੂਬਾ ਸਰਕਾਰ ਦੀ ਹਿੰਮਤ ਹੀ ਨਹੀਂ ਸੀ ਉਹ ਇਹਨਾਂ ਨੂੰ ਹੱਥ ਪਾ ਜਾਂਦੇ। ਹੱਥ ਉਹਨਾਂ ਨੂੰ ਪੈਣਾ ਜਿਨ੍ਹਾਂ ਨੂੰ ਬੀਜੇਪੀ ਨੂੰ ਜ਼ਰੂਰਤ ਨਹੀਂ। ਦੂਸਰੀ ਗੱਲ, ਜਿੱਥੋਂ ਇਹ ਜਿੱਤ ਕੇ ਆਉਂਦੇ ਨੇ ਉਹ ਸੀਟ ਤੋਂ ਕੌਣ ਜਿੱਤਦਾ? ਆਈ ਵਾਰ ਉੱਥੋਂ ਬੀਜੇਪੀ ਜਿੱਤਿਆ ਕਰਦੀ ਸੀ, ਲੇਕਿਨ ਪਿਛਲੀਆਂ 2 ਇਲੈਕਸ਼ਨਾਂ ਇਹ ਜਿੱਤਦੇ ਤੁਰੇ ਆ ਰਹੇ ਆ। 3 ਇਲੈਕਸ਼ਨਾਂ ਤੋਂ ਬੀਜੇਪੀ ਦਾ ਉੱਥੇ ਜਿਹੜਾ ਝੰਡਾ ਨਹੀਂ ਝੂਲ ਰਿਹਾ। ਨਹੀਂ ਤਾਂ ਜਿਹੜਾ ਸ਼ਹਿਰੀ ਹਲਕਾ ਸੀ ਉਹ ਸ਼ਹਿਰੀ ਤੋਂ ਇੱਕ ਸੀ ਪਰਮਿੰਦਰ। ਮੈਂ ਉੱਥੇ ਹਲਕੇ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ, ਸ਼ਹਿਰ ਦੇ ਵਿੱਚ ਕਿਸੇ ਦੂਸਰੀ ਪਾਰਟੀ ਦੇ ਬੀਜੇਪੀ ਤੋਂ ਇਲਾਵਾ ਬੂਥ ਹੀ ਨਹੀਂ ਸੀ ਲੱਗਦੇ। ਜਿਹੜੇ ਬਾਕੀ ਪਾਰਟੀਆਂ ਵਾਲੇ ਚੋਣ ਲੜਦੇ ਸੀ, ਕਾਂਗਰਸ ਲੜਦੀ ਸੀ, ਉਹ ਜਿਹੜਾ ਨਾਲ ਪੇਂਡੂ ਏਰੀਆ ਪੈਂਦਾ ਸੀ ਉੱਥੋਂ ਆਪਦੀ ਵੇਵ ਬਣਾਉਂਦੇ ਸੀ। ਉਹ ਵੇਵ ਬਣ ਜਾਂਦੀ, ਆਖਰੀ 3 ਕੁ ਦਿਨਾਂ 'ਚ ਸ਼ਹਿਰ ਵੱਲ ਆਉਂਦੇ ਸੀ, ਨਹੀਂ ਜਾਂਦੇ ਨਹੀਂ ਸੀ। ਇਹ 3-4 ਐਸਾ ਏਰੀਆ ਆ ਉੱਥੇ ਜਿਹਦੇ ਵਿੱਚ ਬੀਜੇਪੀ ਤੋਂ ਇਲਾਵਾ ਬੂਥ ਨਹੀਂ ਸੀ ਲੱਗਦਾ। ਪਰ ਕਿ ਥੋੜੇ ਸਮੇਂ ਤੋਂ ਤ੍ਰਿਕਸ਼ਨ ਸੂਦ ਸਾਈਡ ਤੇ ਹੋਇਆ ਤੇ ਇਹਨਾਂ ਦਾ ਦਾਅ ਲੱਗ ਗਿਆ, ਉਹਦੀ ਵਾਰੀ ਨਹੀਂ ਆਈ, ਉਹ ਸਾਈਡ ਲਾਈਨ ਹੋ ਗਿਆ ਕਿਉਂਕਿ ਹਾਰ ਗਿਆ, ਇਹਨਾਂ ਦਾ ਦਾਅ ਭਰ ਗਿਆ। ਪਰ ਹੁਣ ਦਾਅ ਭਰਿਆ, ਏਦਾਂ ਦਾ ਦਾਅ ਲਾ ਲਿਆ ਕਿ ਹੁਣ ਪਛਤਾਊਗਾ ਸਾਰੀ ਉਮਰ। ਹੁਣ ਜਿਹੜਾ ਬਾਕੀ ਜਿਹੜਾ ਕੀਤਾ ਉਹ ਸਾਹਮਣੇ ਆਵੇ ਨਾ ਆਵੇ, ਪਰ ਜਿਹੜਾ 50 ਲੱਖ ਵਾਲਾ ਆ ਗਿਆ, ਇਹੀ ਸਬੂਤ ਬੜਾ ਵੱਡਾ ਜਿਹਦੇ ਤੋਂ ਇਹਨੂੰ ਛੁੱਟਣਾ ਜਿਹੜਾ ਇਸ ਵਕਤ ਮੁਸ਼ਕਲ ਹੋ ਜਾਣਾ। ਔਰ ਇਹ ਵੀ ਦੱਸਣਾ ਪੈਣਾ ਉਹ 50 ਲੱਖ ਕਿਹਦੇ ਤੋਂ ਚੱਕ ਕੇ ਲਿਆਂਦਾ, ਕੈਸ਼ ਕਿੱਥੇ ਪਿਆ ਸੀ, ਉਹ ਕੜੀ ਜਿਹੜੀ ਜੁੜਨੀ ਉਹਦੇ 'ਚ ਇਹਨੇ ਮਾਰ ਖਾ ਜਾਣੀ ਆ। ਮਸਲਨ ਹੈ ਕਿਤੇ ਨਾ ਕਿਤੇ ਜਿਵੇਂ RSS ਦੀ ਜਾਂ BJP ਦੀ B ਟੀਮ ਕਹਿੰਦੇ ਸੀ ਆਮ ਆਦਮੀ ਪਾਰਟੀ ਨੂੰ, ਉਹ ਕਲੰਕ ਜਾਂ ਉਹ ਸ਼ੰਕਾ ਧੋਣ ਦੇ ਵਿੱਚ ਕਾਮਯਾਬ ਹੁੰਦੀ ਹੈ ਇਸ ਕੇਸ ਦੇ ਨਾਲ ਕਿ ਇਹ ਦੇਖੋ ਜੀ BJP ਦਾ ਵੱਡਾ ਨੇਤਾ BJP 'ਚ ਸ਼ਾਮਲ ਹੋਇਆ, ਸਾਬਕਾ ਕਾਂਗਰਸੀ ਵਜ਼ੀਰ ਵੀ ਅਗਲਿਆਂ ਨੇ ਟੰਗ ਲਿਆ। ਸੋ ਉਹ ਜਿਹੜਾ ਲੋਕਾਂ ਦੀ ਜ਼ੁਬਾਨ 'ਤੇ ਇੱਕ ਗੱਲ ਆਉਂਦੀ ਸੀ ਸ਼ਾਇਦ ਉਸ ਨੂੰ ਖ਼ਤਮ ਕਰਨ ਦੇ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਕਾਮਯਾਬ ਹੁੰਦੀ ਹੈ ਆਮ ਆਦਮੀ ਪਾਰਟੀ, ਪੰਜਾਬ ਸਰਕਾਰ ਇਸ ਘਟਨਾਕ੍ਰਮ ਦੇ ਨਾਲ। ਉਧਰ ਅਰਵਿੰਦ ਕੇਜਰੀਵਾਲ ਤੇ ਚੀਫ ਮਿਨਿਸਟਰ ਭਗਵੰਤ ਮਾਨ ਅੱਜ ਤੋਂ ਗੁਜਰਾਤ ਦੇ 2 ਦਿਨਾਂ ਦੌਰੇ 'ਤੇ ਨੇ, ਜਿਸ ਦੌਰਾਨ ਉਹਨਾਂ ਨੇ ਭਾਵਨਗਰ, ਮਹਿਸਾਣਾ, ਬਨਾਸਕਾਂਠਾ ਕਈ ਜ਼ਿਲ੍ਹਿਆਂ ਦੇ ਵਿੱਚ ਜਨਤਕ ਮੀਟਿੰਗਾਂ ਨੇ ਗੁਜਰਾਤ ਦੇ ਵਿੱਚ ਕਰਨੀਆਂ ਨੇ। ਪੰਜਾਬ ਦੇ ਅਖਬਾਰ ਐਤਵਾਰ ਨੂੰ ਤੇ ਅੱਜ ਕਮਾਲ ਹੀ ਹੋਈ ਪਈ ਹੈ, ਬਾਬਾ ਬੰਦਾ ਸਿੰਘ ਬਹਾਦਰ ਉਸ ਮਹਾਨ ਰੂਹ ਦਾ ਦਿਹਾੜਾ ਆਇਆ, ਉਸ ਦਾ ਵੀ ਇਸ਼ਤਿਹਾਰ ਲਾਇਆ ਗਿਆ। ਚਲੋ ਲੱਗਦੇ ਆ ਸਾਰਿਆਂ ਦੇ ਇਸ ਤਰ੍ਹਾਂ ਦੇ ਦਿਹਾੜਿਆਂ 'ਤੇ, ਪਰ ਕਹਿੰਦੇ ਜਿਹੜਾ 7 ਸਾਲ 'ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਕੰਮ ਕਰਤਾ 7 ਮਹੀਨੇ 'ਚ, ਉਹ ਕਹਿੰਦੇ 70 ਸਾਲ 'ਚ ਨਹੀਂ ਹੋਇਆ। 7 ਸਾਲ ਬਨਾਮ 70 ਸਾਲ, ਪਹਿਲਾਂ BJP ਕਹਿੰਦੀ ਸੀ 70 ਸਾਲ ਬਨਾਮ 7 ਸਾਲ, ਤੇ ਆਮ ਆਦਮੀ ਪਾਰਟੀ ਕਹਿੰਦੀ 70 ਸਾਲ ਬਰਾਬਰ 7 ਮਹੀਨੇ। ਕਿਆ ਬਾਤ ਹੈ, ਕ੍ਰਾਂਤੀ ਦੀ ਤਾਂ ਕਮਾਲ ਹੀ ਕੀਤੀ ਪਈ ਹੈ। ਗੁਜਰਾਤ ਦੇ ਦੌਰੇ 'ਤੇ ਚੜੇ ਨੇ, ਇੰਨੀ ਐਡਾਂ ਲਾ ਕੇ ਜਨਾਬ ਹੋਰੀ ਜੀ। ਪਰਮਿੰਦਰ ਜਿੰਨੀ ਐਡ ਦੇਤੀ ਵਾਕਿਆ ਇੰਨੀ 70 ਸਾਲ 'ਚ ਨਹੀਂ ਹੋਈ। ਹਾਂ ਉਹ ਠੀਕ ਹੈ ਜੀ, ਠੀਕ ਹੈ। ਦੂਜੀ ਗੱਲ, ਇਹ ਆਮ ਆਦਮੀ ਸੀਗੇ, ਜਿਹੜਾ ਨਰਿੰਦਰ ਕੌਰ ਭਰਾਜ ਦੇ ਕੱਲ ਪਟਿਆਲੇ 'ਚ ਰਿਸੈਪਸ਼ਨ ਹੋਈ ਉਹ ਆਮ ਆਦਮੀ ਵਾਲੀ ਸੀ ਨਾ, ਜਿਹਦੇ ਕੋਲ ਇੱਕ ਟੁੱਟਾ ਜਿਹਾ ਸਕੂਟਰ ਸੀਗਾ ਤੇ ਸਕੂਟਰ ਤੇ ਕਾਗਜ਼ ਭਰਨ ਗਈ ਸੀ ਆਪਣੀ ਮਾਂ ਦੇ ਨਾਲ, ਤੇ ਉਹ ਜਿੱਥੇ ਵਿਆਹੀ ਗਈ ਆ ਕੱਲ ਰਿਸੈਪਸ਼ਨ ਪਟਿਆਲੇ ਹੋਈ ਆ, ਪੂਰੀ ਸੜਕ ਹੀ ਬਲੌਕ ਕਰ ਦਿੱਤੀ। ਕਹਿੰਦੇ ਉਹ ਸੜਕ ਤੋਂ ਆਮ ਰਾਹਗੀਰਾਂ ਦਾ ਲੰਘਣਾ ਬੰਦ ਹੈ ਕਿਉਂਕਿ MLA ਪਟਿਆਲੇ ਦੀ ਨਹੁੰ ਬਣ ਗਈ ਆ ਸੰਗਰੂਰੋਂ ਆ ਕੇ,
ਤੇ ਆਮ ਵਰਕਰ ਨਾਲ ਵਿਆਹ ਕਰਾਇਆ ਤੇ ਖਰਚੇ ਦਾ ਤਾਂ ਹਿਸਾਬ ਲਾ ਲਓ ਨਾ। ਮੈਂ ਕਿਹਾ ਹਾਈ ਕਮਾਂਡ ਦਾ ਕੋਈ ਬੰਦਾ ਨਹੀਂ ਛੱਡਿਆ, ਨਾ ਕੇਜਰੀਵਾਲ ਛੱਡਿਆ, ਨਾ ਸੰਜੇ ਸਿੰਘ, ਤੇ ਨਾ ਕੋਈ ਮੈਂਬਰ ਰਾਜ ਸਭਾ ਛੱਡਿਆ। ਸਾਰੇ ਦੇ ਸਾਰੇ ਢੋਕ ਤੇ ਪਟਿਆਲੇ 'ਚ ਆ ਕੇ। ਤੇ ਕੱਲ ਸਾਰੀ ਪਟਿਆਲੇ ਦੀ ਪੁਲਿਸ ਜਿਹੜੀ ਸੀ ਉਹ ਥਾਣੇ ਵੀ ਖਾਲੀ ਕਰਕੇ ਤੇ ਪੈਲਸ ਦੇ ਵਿਚਾਰੇ ਇਰਦ ਗਿਰਦ ਭੱਜੇ ਫਿਰਦੇ ਸੀਗੇ ਤੇ ਆਪਣੀਆਂ ਰੋਟੀਆਂ ਦਾ ਇੰਤਜ਼ਾਮ ਬਾਹਰੋਂ ਕਰਦੇ ਫਿਰਦੇ ਸੀ। ਜੀ ਇਸ ਕਰਕੇ ਪਰਮਿੰਦਰ ਗੱਲ ਇਹ ਆ ਕਹਿਣਾ ਕਿ ਵਾਕਿਆ ਹੀ 70 ਸਾਲਾਂ 'ਚ ਉਹ ਜਿਹੜਾ ਕੁਝ ਨਹੀਂ ਹੋਇਆ 7 ਮਹੀਨੇ 'ਚ ਕਰਤਾ, ਵਾਕਿਆ ਕੀਤਾ ਤਾਂ 7 ਮਹੀਨੇ 'ਚ ਆ। ਪਹਿਲੀ ਆ 70 ਸਾਲਾਂ 'ਚ ਕਿਸੇ ਵੀ ਮੁੱਖ ਮੰਤਰੀ ਦਾ ਪੰਜਾਬ ਦੇ ਵਿੱਚ ਖਾਸ ਕਰਕੇ ਮੁੱਖ ਮੰਤਰੀ ਬਣ ਕੇ ਦੂਜਾ ਵਿਆਹ ਨਹੀਂ ਹੋਇਆ, ਉਹ ਵੀ ਹੋਇਆ। ਤੇ 70 ਸਾਲਾਂ 'ਚ ਜੇ ਕਿਸੇ ਦਾ ਰੌਲਾ ਪਿਆ ਸੀ ਨੀਲੀ ਫਿਲਮ ਦਾ, ਤੇ ਇੱਥੇ ਪੰਚਾਇਤੀ ਰਾਜੀਨਾਮੇ 'ਚ ਵੀ ਦੂਜਾ ਵਿਆਹ ਹੁੰਦਾ ਵਾ। ਕਹਿੰਦੇ ਪੰਚਾਇਤੀ ਤਲਾਕ, ਇਹ ਵੀ ਇੱਕ ਨਵਾਂ ਕਾਨੂੰਨ ਬਣਿਆ। ਤੇ 70 ਸਾਲਾਂ 'ਚ ਕਦੀ ਵਾਈਸ ਚਾਂਸਲਰ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਸੜੇ ਹੋਏ ਗੱਦੇ ਤੇ ਨਹੀਂ ਕਿਸੇ ਨੇ ਲੰਬਾ ਪਾਇਆ, ਇੱਥੇ ਉਹ ਵੀ ਪਾਇਆ ਗਿਆ। 70 ਸਾਲਾਂ 'ਚ ਮਾਸਟਰ ਤੇ ਮਾਸਟਰੀਆਂ ਛਿੱਕੇ ਤੇ ਕਦੀ ਕਿਸੇ ਨੇ ਨਹੀਂ ਟੰਗੇ, ਉਹ ਵੀ ਸਕੂਲ 'ਚ ਜਾ ਕੇ ਟੰਗੇ ਆ। ਤੇ ਡਾਕਟਰਾਂ ਨੂੰ ਬਗੈਰ ਦਵਾਈਆਂ ਤੋਂ ਕਹਿੰਦੇ ਮਰੀਜ਼ ਠੀਕ ਕਰੋ। ਦੂਜੇ 70 ਸਾਲਾਂ ਵਾਲੇ ਲਾਣੇ ਦੀ ਗੱਲ ਕਰ ਲਈਏ। ਮੋਦੀ ਸਾਹਿਬ ਨੇ ਕੱਲ ਅੱਜ ਬਿਆਨ ਦਿੱਤਾ, ਕਹਿੰਦੇ ਦੇਸ਼ ਦੇ ਵਿੱਚ ਅਗਰ ਕਿਸੇ ਨੂੰ ਇਨਸਾਫ ਨਹੀਂ ਮਿਲਦਾ, ਇਹ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ। ਨਾ 84 ਦਾ ਮਿਲਿਆ, ਨਾ ਪੁਰਾਣੇ ਕੇਸਾਂ ਦਾ ਮਿਲਿਆ, ਨਾ ਗੋਧਰਾ ਦਾ ਮਿਲਿਆ। ਇਸ ਦੌਰਾਨ ਕਹਿੰਦੇ ਬੀਤੇ 8 ਸਾਲਾਂ 'ਚ ਉਹਨਾਂ ਦੀ ਬੀਜੇਪੀ ਦੀ ਸਰਕਾਰ ਨੇ 1500 ਪੁਰਾਣੇ ਜਾਂ ਬੇਕਾਰ ਹੋ ਚੁੱਕੇ ਕਾਨੂੰਨਾਂ ਨੂੰ ਖਤਮ ਕੀਤਾ। ਬ੍ਰਿਟਿਸ਼ ਕਾਲ ਦੇ ਬਹੁਤ ਸਾਰੇ ਕਾਨੂੰਨ ਜਿਹੜੇ ਚੱਲੇ ਆ ਰਹੇ ਸੀ ਜਿਨ੍ਹਾਂ ਦਾ ਕੋਈ ਵਜੂਦ ਨਹੀਂ ਸੀ, ਉਹ ਕਾਲੇ ਕਾਨੂੰਨ ਅਸੀਂ ਖਤਮ ਕਰ ਦਿੱਤੇ ਨੇ। ਪਰ ਯੂਰਪਾ ਦੇ 7 ਸਾਲਾਂ ਦੇ ਵਿੱਚ ਜਿਹੜੇ ਦੇਸ਼ ਵਿਰੋਧੀ ਕਾਰਵਾਈਆਂ ਦੇ 2000 ਤੋਂ ਵੱਧ ਕੇਸ ਰਜਿਸਟਰਡ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਸਿਰਫ 150 ਜਾਂ 56 ਲੋਕ ਹੀ ਦੋਸ਼ੀ ਠਹਿਰਾਏ ਗਏ ਨੇ। ਅਜੇ ਤੱਕ ਸਜ਼ਾ ਯਾਫਤਾ ਨਹੀਂ ਹੋਏ, ਕਿਤੇ ਦੋਸ਼ੀ ਠਹਿਰਾਏ ਗਏ ਨੇ। ਅਗਲੇ ਨੇ ਅਪਰ ਕੋਰਟਾਂ 'ਚ ਜਾਣਾ। ਹੁਣ ਪ੍ਰੋਫੈਸਰ ਸਾਈਂ ਬਾਬਾ ਉਹ ਜਿਹੜਾ ਬੰਬੇ ਹਾਈ ਕੋਰਟ ਰਾਹਤ ਦਿੰਦੀ ਹੈ ਤੇ ਸੁਪਰੀਮ ਕੋਰਟ ਫਿਰ ਰੋਕ ਲਾ ਦਿੰਦੀ ਹੈ। ਜਾਣੀ ਕਹਿੰਦੇ ਅਸੀਂ 1500 ਕਾਨੂੰਨ ਖਤਮ ਕਰ ਦਿੱਤੇ। ਪਰ ਆਹ ਦੇਵਦਾਸੀਆਂ ਦੀ ਆਪਾਂ ਕੱਲ੍ਹ ਰਿਪੋਰਟ ਕੇ ਪੇਸ਼ ਕੀਤੀ ਸੀ ਕਿ 2013 ਦੇ ਵਿੱਚ 4.5 ਲੱਖ ਤੋਂ ਜ਼ਿਆਦਾ ਦੇਵਦਾਸੀਆਂ ਸੀ ਜਿਹੜੀਆਂ ਗਰੀਬ ਘਰਾਂ ਦੀਆਂ ਬਾਲੜੀਆਂ ਨੂੰ ਮੰਦਰ ਦੇ ਵਿੱਚ ਜਿਹੜਾ ਭਗਵਾਨ ਦੀ ਦਾਸੀ ਬਣਾ ਕੇ, ਦੇਵਤੇ ਦੀ ਪਤਨੀ ਬਣਾ ਕੇ ਪੇਸ਼ ਕੀਤਾ ਜਾਂਦਾ ਤੇ ਮੁੜ ਕੇ ਉਹਦੇ ਨਾਲ ਦੁਰਾਚਾਰ ਹੁੰਦੇ ਨੇ। ਉਸ ਸੰਸ ਦੇ ਵਿੱਚ ਤੁਸੀਂ ਵੇਖੋ ਕੋਈ ਨਹੀਂ ਬੋਲ ਰਿਹਾ। ਕੱਲ੍ਹ ਪਰਸੋਂ ਦੀਆਂ ਰਿਪੋਰਟਾਂ ਨੇ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਰਿਪੋਰਟ ਮੰਗੀ ਹੈ, ਉੱਥੇ ਕੋਈ ਕਾਨੂੰਨ ਨਹੀਂ ਕੰਮ ਕਰ ਰਿਹਾ। ਪਰ ਜਿਹੜੀ ਰਿਪੋਰਟ ਕੱਲ੍ਹ ਵਰਲਡ ਹੰਗਰ ਇੰਡੈਕਸ ਦੀ ਆਇਰਲੈਂਡ ਅਤੇ ਜਿਹੜਾ ਜਰਮਨ ਦੀ ਰਿਪੋਰਟ ਉਹਨਾਂ ਦੀਆਂ ਏਜੰਸੀਆਂ ਦੁਆਰਾ ਆਈ ਹੈ, ਗੈਰ ਸਰਕਾਰੀ ਮਾਨਤਾ ਪ੍ਰਾਪਤ ਏਜੰਸੀਆਂ ਨੇ, ਇਹ ਮਨਮੋਹਨ ਸਿੰਘ ਸਰਕਾਰ ਦੇ ਵਕਤ ਵੀ ਜਦੋਂ ਰਿਪੋਰਟ ਆਉਂਦੀ ਸੀ ਬੀਜੇਪੀ ਹਾਏ ਤੌਬਾ ਕਰਦੀ ਸੀ, ਪਰ ਉਦੋਂ ਅਸੀਂ 55ਵਾਂ ਰੈਂਕ 'ਤੇ ਵੀ ਸੀਗੇ ਤੇ ਫਿਰ ਸੁੱਖ ਨਾਲ ਇਸ ਵਾਰੀ 107ਵੇਂ ਰੈਂਕ 'ਤੇ ਆ ਵਿਸ਼ਵ ਭੁੱਖ ਦੇ ਵਿੱਚ। ਅਤੇ ਮੋਦੀ ਸਾਹਿਬ ਦੀ ਤਰਫੋਂ ਜਿਹੜਾ ਖਾਸ ਕਰਕੇ ਇਹਨਾਂ ਦਾ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਹੈ, ਉਹ ਕਹਿੰਦਾ ਹੈ ਕਿ ਇਹਨਾਂ ਖਬਰਾਂ 'ਚ ਕੋਈ ਸੱਚਾਈ ਨਹੀਂ ਹੈ। ਸਾਡੇ ਨਾਲੋਂ ਪਾਕਿਸਤਾਨ ਅਤੇ ਨੇਪਾਲ ਜਾਂ ਖਾਸ ਕਰਕੇ ਬੰਗਲਾਦੇਸ਼ ਜਾਂ ਸ਼੍ਰੀਲੰਕਾ ਨੂੰ ਅੱਗੇ ਦਿਖਾਇਆ ਗਿਆ, ਉੱਥੇ ਤਾਂ ਕਹਿੰਦੇ ਭੁੱਖ ਪਈ ਹੈ। ਕਹਿੰਦੇ ਇਹ ਰਿਪੋਰਟਾਂ ਹੀ ਗਲਤ ਨੇ। ਇਹ ਮਤਲਬ ਜਿਹੜਾ ਔਰਤ ਮੰਤਰਾਲਾ ਅਤੇ ਬੱਚਿਆਂ ਦਾ ਵਿਕਾਸ ਮੰਤਰਾਲਾ ਬੋਲਦਾ ਹੈ, ਪਰ ਆਪਣੇ ਇਹਨਾਂ ਦੇ ਮੰਤਰਾਲੇ ਦੇ ਵਿੱਚ ਬੱਚਿਆਂ ਦਾ ਅਤੇ ਖਾਸ ਕਰਕੇ ਇਸਤਰੀਆਂ ਦੇ ਕੀ ਹਾਲਾਤ ਨੇ। ਸੋ ਇਸ ਦੌਰਾਨ ਪ੍ਰਧਾਨ ਮੰਤਰੀ ਸਾਹਿਬ ਦਾ ਇਹ ਕਹਿਣਾ ਕਿ ਨਿਆਂ ਦੇ ਵਿੱਚ ਦੇਰੀ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ। ਕਿ ਜੁਡੀਸ਼ੀਅਲ ਸਿਸਟਮ ਦੇ ਵਿੱਚ ਤੁਹਾਡੇ ਰਾਜਕਾਲ ਦੇ ਵਿੱਚ ਜੱਜ ਪ੍ਰੈਸ ਕਾਨਫਰੰਸ ਕਰਦੇ ਨੇ ਸੁਪਰੀਮ ਕੋਰਟਾਂ ਦੇ, ਅਤੇ ਤੁਸੀਂ ਜੱਜਾਂ ਨੂੰ MP ਬਣਾ ਰਹੇ ਹੋ। ਕੀ ਵੇਖਦੇ ਹੋ ਪ੍ਰਧਾਨ ਮੰਤਰੀ ਸਾਹਿਬ ਦੇ 70 ਸਾਲ ਦੇ ਵਿੱਚ ਮਾਰੇ ਹੋਏ ਮਾਰਕਿਆਂ ਦਾ ਐਲਾਨ? ਜੀ ਨਹੀਂ ਪਰਮਿੰਦਰ, ਹੁਣ ਤੇ ਚਾਹੀਦਾ ਜੱਜ ਆਪਣੀ ਕੁਰਸੀ ਤੇ ਬੈਠਾ ਰਵੇ। ਜਿਹੜੀ ਮਿਸਲ ਆ ਉਹ ਰਾਜਨੀਤਿਕ ਲੋਕਾਂ ਕੋਲ ਭੇਜ ਦਿੱਤੀ ਜਾਵੇ, ਉਹ ਉਹਦੀ ਜੱਜਮੈਂਟ ਤੇ ਆਰਡਰ ਲਿਖ ਕੇ ਭੇਜ ਦੇਣ ਤੇ ਜੱਜ ਉਹਦਾ ਫੈਸਲਾ ਸੁਣਾ ਦੇਵੇ। ਉਹ ਸੌਖਾ ਹੋ ਜਾਂਦਾ। ਨਾ ਕਿਸੇ ਬਹਿਸ ਦੀ ਜ਼ਰੂਰਤ ਆ, ਨਾ ਕੋਈ ਵਕੀਲ ਕਰਨ ਦੀ, ਨਾ ਕਿਸੇ ਅਪੀਲ ਦੀ ਆ। ਜਿਹਨੂੰ ਫਾਂਸੀ ਲਾਉਣਾ ਉਹਨੂੰ ਫਾਂਸੀ ਲਾ ਦੋ, ਜਿਹਨੂੰ ਛੱਡਣਾ ਉਹ ਛੱਡ ਦੋ, ਉਹ ਗੱਲ ਖਤਮ। ਉਹ ਸਾਰਾ ਕੰਟਰੋਲ ਹੀ ਸਰਕਾਰ ਕੋਲੇ ਚਾਹੀਦਾ, ਫਿਰ ਇਨਸਾਫ ਜਲਦੀ ਮਿਲ ਜਾਏਗਾ। ਹੁਣ ਇਨਸਾਫ ਦੇਣਾ ਕੀ ਨਹੀਂ ਆ ਤੁਸੀਂ ਤੁਹਾਡੇ ਕੋਲ? ਜੇ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਦੇ ਵਿੱਚ ਜਿਹੜਾ ਲੱਖਾਂ ਕੇਸ ਲਟਕ ਰਿਹਾ, ਜੇ ਤੁਹਾਡੇ ਕੋਲ ਜੱਜ ਨਹੀਂ ਹੈ, ਜਿਸ ਕੋਰਟ ਦੇ ਜਿਸ ਹਾਈ ਕੋਰਟ 'ਚ 85 ਜੱਜਾਂ ਦੀਆਂ ਪੋਸਟਾਂ ਨੇ ਉੱਥੇ 40 ਨੇ ਤੇ 45 ਉਹਦੇ 'ਚ ਖਾਲੀ ਪਈਆਂ ਨੇ, ਇਨਸਾਫ ਕੌਣ ਦਊਗਾ? ਸੁਪਰੀਮ ਕੋਰਟ ਉੱਥੇ ਤੁਸੀਂ ਕਦੀ 16 ਜੱਜਾਂ ਤੋਂ ਵਧਣ ਨਹੀਂ ਦਿੱਤੇ ਅੱਜ ਤੱਕ। ਕੀ
ਗੱਲ ਤੇ ਇਹ ਆ ਕਿ ਜਿੱਦਣ ਜੱਜ ਰਿਟਾਇਰ ਹੁੰਦਾ ਉਸ ਤੋਂ ਅਗਲੇ ਦਿਨ ਨਵਾਂ ਜੁਆਇਨ ਕਰੇ, ਕਿਉਂ ਨਹੀਂ ਫੈਸਲਾ ਹੁੰਦਾ? ਤੁਸੀਂ ਸਾਲਾਂ ਬੱਧੀ ਲਟਕਾ ਰੱਖਦੇ ਹੋ। ਚੀਫ ਜਸਟਿਸ ਕੋਲੇ ਟਾਈਮ ਨਹੀਂ ਹੁੰਦਾ, ਉਹ ਤਾਂ ਸਾਰਾ ਦਿਨ ਸਰਕਾਰ ਦੀਆਂ ਹੀ ਸੁਣ ਲਈਆਂ ਤੇ ਛੱਡ ਦਿੱਤੀਆਂ, ਉਹਦਾ ਤੇ ਇੱਥੋਂ ਤੱਕ ਕੰਮ ਨਿਕਲ ਜਾਂਦਾ। ਤੇ ਬਾਕੀ ਜੱਜ ਕੀ ਕਰਨਗੇ ਜਦੋਂ ਤੁਸੀਂ ਪੋਸਟਾਂ ਨਹੀਂ ਭਰਨੀਆਂ? ਚਾਹੀਦਾ ਤਾਂ ਪਰਮਿੰਦਰ ਇਹ ਆ, ਜਦੋਂ ਪਤਾ ਕਿ ਰਿਟਾਇਰਮੈਂਟ ਕਿਹਦੀ ਆ ਰਹੀ ਆ, ਜਦੋਂ ਚੀਫ ਜਸਟਿਸ ਲਈ ਨਵਾਂ ਉੱਤਰਾਧਿਕਾਰੀ ਜਿਹੜਾ ਉਹ ਨਿਯੁਕਤ ਕੀਤਾ ਜਾਂਦਾ ਕਿ ਅਗਲੇ ਦਿਨ ਉਹ ਕੰਮਕਾਜ ਜਿਹੜਾ ਉਹ ਸੰਭਾਲ ਲਵੇਗਾ, ਤਾਂ ਫਿਰ ਕਿਉਂ ਨਹੀਂ ਜਿਹੜੇ ਬਾਕੀ ਜੱਜ ਆ, ਬਾਕੀ ਜਿਹੜੀਆਂ ਹਾਈ ਕੋਰਟਾਂ ਨੇ, ਉਹਨਾਂ ਦੇ ਚੀਫ ਜਸਟਿਸ ਆ, ਕਿਉਂ ਨਹੀਂ ਉਹਨਾਂ ਦਾ ਪੈਨਲ ਨਾਲ ਦੀ ਨਾਲ ਕਲੀਅਰ ਕੀਤਾ ਜਾਂਦਾ ਕਿ ਅਗਲੇ ਮਹੀਨੇ ਤੱਕ ਆ ਖਾਲੀ ਹੋਣੀਆਂ, ਉਸ ਤੋਂ ਪਹਿਲਾਂ ਪੈਨਲ ਆ ਇਹ ਐਕਸੈਪਟ ਕੀਤਾ ਜਾਵੇ ਤੇ ਇਹਨਾਂ ਦੀ ਨਿਯੁਕਤੀ ਜਿਹੜੀ ਆ ਬਤੌਰ ਸੁਪਰੀਮ ਕੋਰਟ ਦੇ ਜੱਜ ਕੀਤੀ ਜਾਵੇ, ਤਾਂ ਕਿ ਕੇਸ ਨਿਪਟੇ। ਜੇ ਫੇਰ ਵੀ ਘੱਟ ਨੇ ਤੇ ਫਿਰ ਉੱਥੇ ਜਿਹੜੀਆਂ ਪੋਸਟਾਂ ਵਧਾਈਆਂ ਜਾ ਸਕਦੀਆਂ ਕਿ ਘੱਟੋ ਘੱਟ ਲੋਕਾਂ ਨੂੰ ਇਨਸਾਫ ਮਿਲੇ। ਹੁਣ ਲੋਅਰ ਕੋਰਟ ਤੋਂ ਲੈ ਕੇ ਡਿਸਟ੍ਰਿਕਟ ਕੋਰਟ ਤੋਂ ਹਾਈ ਕੋਰਟ ਤੇ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ 40-42 ਸਾਲ ਬੰਦੇ ਦੇ ਨਿਕਲ ਜਾਣ ਤੇ ਫਿਰ ਐਂਡ ਦੇ ਉੱਤੇ ਬਾਇਜ਼ਤ ਬਰੀ ਕਾਹਦਾ? ਬਾਇਜ਼ਤ ਬਰੀ ਬੰਦੇ ਦੇ 40-42 ਸਾਲ ਤੁਸੀਂ ਕਚਹਿਰੀਆਂ ਦੇ ਧੱਕੇ ਖਾਂਦੇ ਦੇ ਘਟਾ ਦਿਓ, ਫਿਰ ਕਹਿ ਦੋ ਬਾਇਜ਼ਤ ਬਰੀ ਹੋ ਗਿਆ। ਕਾਹਦਾ ਬਰੀ ਹੋ ਗਿਆ ਵੀ? ਜ਼ਿੰਦਗੀ ਉਹਦੀ ਤੁਸੀਂ ਬਦਲ ਦਿੱਤੀ। ਕਿਉਂ ਨਹੀਂ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਦਾ ਸਾਰਾ ਪ੍ਰੋਸੈਸ 1 ਸਾਲ ਦੇ ਅੰਦਰ ਕਿਉਂ ਨਹੀਂ ਕੰਪਲੀਟ ਹੁੰਦਾ? ਗੱਲ ਤੇ ਹੈ ਕਿ ਤੁਸੀਂ ਫਾਰ ਦੀ ਟਾਈਮ ਬਿੰਗ ਤਾਂ ਪੋਸਟਾਂ ਵਧਾਓ ਨਾ, ਕੇਸ ਘਟ ਜਾਣ ਪੋਸਟਾਂ ਘਟਾ ਲਿਓ। ਜਦੋਂ ਤੁਹਾਨੂੰ ਪਤਾ ਕੇਸਾਂ ਦਾ ਭੰਡਾਰ ਲੱਗਾ ਪਿਆ ਤੇ ਤੁਹਾਨੂੰ ਕਰਨਾ ਪਵੇਗਾ, ਤੁਸੀਂ ਕਰਨਾ ਨਹੀਂ, ਫਿਰ ਇੱਕ ਸਟੇਟਮੈਂਟ ਦੇ ਦੇਣੀ। ਸਟੇਟਮੈਂਟ ਨਾਲ ਕੁਝ ਨਹੀਂ ਹੋਣਾ, ਜ਼ਮੀਨੀ ਹਕੀਕਤ ਕੀ ਆ ਉਹਨੂੰ ਸਮਝਣਾ ਪਵੇਗਾ। ਜੇ ਉਹਨੂੰ ਨਹੀਂ ਸਮਝੋਗੇ ਤਾਂ ਫਿਰ ਦੇਸ਼ ਦਾ ਇਹੀ ਹਾਲ ਹੋਏਗਾ ਜਿਹੜਾ ਭੁੱਖਮਰੀ ਚ ਹੋਇਆ, ਉਹੀ ਨਾ ਇਨਸਾਫੀ ਤੇ ਵੀ ਇਹੀ ਕੁਝ ਹੋਏਗਾ ਜਿਹੜਾ ਕੁਝ ਭੁੱਖਮਰੀ ਤੇ ਹੋਇਆ। ਜੀ, ਵੈਸੇ ਚੋਰੀ ਤੇ ਸੀਨਾ ਚੋਰੀ ਹੋ ਰਹੀ ਹੈ। ਪਬਲਿਕ ਵੀ ਉਹ ਕਹਿੰਦੇ ਆ ਨਾ ਕਿ ਜਿਹੋ ਜਿਹੇ ਸੰਦ ਉਹ ਜਿਹਾ ਤਰਖਾਣ, ਜਿਹੋ ਜਿਹੇ ਲੋਕ ਉਹ ਜਿਹੇ ਅਖਾਣ। ਸੋ ਲੋਕਾਂ ਦੇ ਮੁਤਾਬਕ ਉਸ ਤਰ੍ਹਾਂ ਦੇ ਖਾਣ ਹੁੰਦੇ ਨੇ। ਕਹਿੰਦਾ ਜਿਹੋ ਜਿਹਾ ਗੰਢੀ ਵਿੰਡ ਤੇ ਉਹ ਜਿਹਾ ਅਗਲਾ ਪਿੰਡ। ਸੋ ਇਸ ਦੌਰਾਨ ਇਹ ਬਿਜਲੀ ਚੋਰੀ ਕਰਨ ਦੇ ਮਾਮਲੇ 'ਚ ਕਈ ਪਿੰਡ ਬੜੇ ਚਰਚਿਤ ਨੇ। ਹਾਲਾਂਕਿ ਪੰਜਾਬ ਦੇ ਵਿੱਚ 97 ਲੱਖ ਖਪਤਕਾਰ ਨੇ ਟੋਟਲ, ਜਿਨ੍ਹਾਂ ਦੇ ਵਿੱਚੋਂ 72 ਲੱਖ ਤੋਂ ਜ਼ਿਆਦਾ ਦੀ ਬਿਜਲੀ ਫ੍ਰੀ ਹੈ। ਪਰ ਫਿਰ ਵੀ ਜਿੰਨੀ ਕੁ ਵੀ ਹੈਗੀ ਉਹਦੀ ਵੱਡੇ ਪੱਧਰ 'ਤੇ ਚੋਰੀ ਹੋ ਰਹੀ ਹੈ। ਪਟਿਆਲਾ ਦੇ ਵਿੱਚ ਪਾਵਰਕੌਮ ਦੀ ਇੱਕ ਰਿਪੋਰਟ ਹੈ ਕਿ ਪੰਜਾਬ ਭਰ ਦੇ ਵਿੱਚ ਸਾਲਾਨਾ 300 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਚੋਰੀ ਹੈ। PSPCL ਦੇ ਕੁੱਲ ਜਿਹੜੇ ਰੈਵਨਿਊ ਦੀ 1200 ਕਰੋੜ ਦਾ ਨੁਕਸਾਨ ਹੁੰਦਾ ਹੈ, ਜਿਹਦੇ ਵਿੱਚੋਂ 25% ਨੁਕਸਾਨ ਤਰਨਤਾਰਨ ਵਾਲੇ ਕਰਦੇ ਨੇ। ਯਾਨੀ ਬਿਜਲੀ ਚੋਰੀ ਕਰਨ ਦੇ ਵਿੱਚ ਤਰਨਤਾਰਨ ਸਰਕਲ ਸਭ ਤੋਂ ਦੂਜੇ ਸਥਾਨ 'ਤੇ ਹੈ ਤੇ ਅੰਮ੍ਰਿਤਸਰੀਏ ਤੇ ਫਿਰੋਜ਼ਪੁਰੀਏ ਦੂਜੇ ਨੰਬਰ 'ਤੇ ਨੇ, ਘੱਟ ਸੰਗਰੂਰ ਵਾਲੇ ਵੀ ਨਹੀਂ ਹੈ। ਸੋ ਇਹ ਬਿਜਲੀ ਚੋਰੀ ਦੇ ਸਿਲਸਿਲੇ 'ਚ ਕਈ ਅਫਸਰ ਵੀ ਫੜੇ ਜਾਂਦੇ ਨੇ। ਸੋ ਇਸ ਪਾਵਰਕੌਮ ਦੀ ਰਿਪੋਰਟ ਦਾ ਦੱਸਦੀ ਹੈ ਕਿ ਤਕਰੀਬਨ 1200 ਕਰੋੜ ਰੁਪਏ ਦਾ ਸਾਲ ਦਾ ਨੁਕਸਾਨ ਜਿਹੜਾ ਇਹਨਾਂ ਨੂੰ ਹੁੰਦਾ ਹੈ ਤੇ ਇਸ ਦੇ ਵਿੱਚ 25% ਇਹਦੇ 'ਚੋਂ ਚੋਰੀ ਦੇ ਲਈ ਤਰਨਤਾਰਨ ਵਾਲੇ ਜ਼ਿੰਮੇਵਾਰ ਨੇ। ਅੰਮ੍ਰਿਤਸਰ ਤੇ ਫਿਰੋਜ਼ਪੁਰ ਸਰਕਲ ਦੇ ਵਿੱਚ 175 ਕਰੋੜ ਰੁਪਏ ਦੀ ਚੋਰੀ ਹੁੰਦੀ ਹੈ, ਜਦੋਂ ਕਿ ਸੰਗਰੂਰ ਬਠਿੰਡਾ ਸਰਕਲ ਦੇ ਵਿੱਚ ਬਿਜਲੀ ਚੋਰੀ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਅਤੇ 125 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਇਨਫੋਰਸਮੈਂਟ ਵਿੰਗ ਤਰਨਤਾਰਨ ਨੇ ਜ਼ਿਲ੍ਹਾ ਭਿੱਖੀਵਿੰਡ ਦੇ ਡੇਰਾ ਬਾਬਾ ਬਿਧੀ ਚੰਦ ਦੇ ਵਿੱਚ ਵੀ ਬਿਜਲੀ ਚੋਰੀ ਦਾ ਸਿਲਸਿਲਾ ਫੜਿਆ ਸੀਗਾ ਤੇ ਇਸ ਦੌਰਾਨ ਫਿਰ ਨਜਾਇਜ਼ ਟਰਾਂਸਫਾਰਮਰ ਫੜੇ ਗਏ ਸੀ। ਬਿਜਲੀ ਚੋਰੀ ਕਰਨ ਦੇ ਮਾਮਲੇ ਵਿੱਚ ਪਾਵਰਕੌਮ ਨੇ ਡੇਰੇ ਨੂੰ 22 ਲੱਖ ਜੁਰਮਾਨਾ ਵੀ ਕੀਤਾ ਸੀ। ਇਸੇ ਤਰ੍ਹਾਂ ਜਲੰਧਰ ਦੀਆਂ 3 ਫੈਕਟਰੀਆਂ 48 ਲੱਖ ਰੁਪਏ ਜੁਰਮਾਨਾ ਹੋਇਆ। ਪਟਿਆਲਾ ਦੇ ਵਿੱਚ ਕੁੰਡੀਆਂ ਦੇ ਜ਼ਰੀਏ ਬਿਜਲੀ ਚੋਰੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਵੀ ਫੜਿਆ ਗਿਆ ਸੀ ਤੇ 55 ਲੱਖ ਰੁਪਈਆ 55,000 ਉਹਨਾਂ ਅਫਸਰਾਂ ਨੂੰ ਵੀ ਜੁਰਮਾਨਾ ਹੋਇਆ ਸੀ। ਲੁਧਿਆਣਾ ਦੇ ਵਿੱਚ 39 ਬਿਜਲੀ ਚੋਰਾਂ ਨੂੰ ਫੜਿਆ ਗਿਆ ਤੇ 13.8 ਲੱਖ ਜੁਰਮਾਨਾ ਕੀਤਾ ਗਿਆ। ਅੰਕੜੇ ਦੱਸਦੇ ਨੇ ਕਿ ਜੂਨ 2022 ਤੱਕ ਇਹ ਅੰਕੜੇ ਨੇ। ਇਸ ਦੌਰਾਨ ਪੰਜਾਬ ਦੇ ਵਿੱਚ 97 ਲੱਖ ਬਿਜਲੀ ਦੇ ਖਪਤਕਾਰ ਨੇ, ਜਿਨ੍ਹਾਂ ਦੇ ਵਿੱਚੋਂ 72 ਲੱਖ ਤੋਂ ਜ਼ਿਆਦਾ ਬਿਜਲੀ ਫ੍ਰੀ ਲੈ ਰਹੇ ਨੇ। 72 ਲੱਖ ਖਪਤਕਾਰ। ਫਿਰ ਵੀ ਪਾਵਰਕੌਮ ਦੇ ਚੀਫ ਵਾਰਡਨ ਨੇ, ਜਿਹੜੇ ਬਾਰਡਰ ਜ਼ੋਨ ਨੇ, ਚੀਫ ਵਾਰਡਰ ਜ਼ੋਨ ਬਾਲਕ੍ਰਿਸ਼ਨ ਦਾ ਕਹਿਣਾ ਕਿ ਬਿਜਲੀ ਚੋਰੀ ਰੋਕਣ ਦੇ ਲਈ ਜਿਹੜੇ ਖੰਭਿਆਂ 'ਤੇ ਬਾਕਸ ਲਾ ਕੇ ਤਾਲੇ ਅਤੇ ਸੀਲਾਂ ਲਾਈਆਂ ਜਾ ਰਹੀਆਂ ਨੇ, ਪਰ ਚੋਰੀ ਫਿਰ ਵੀ ਨਹੀਂ ਰੁਕ ਰਹੀ। ਖਾਸ ਕਰਕੇ ਤਰਨਤਾਰਨ ਦੇ ਝਬਾਲ, ਪੱਟੀ, ਖੇਮਕਰਨ, ਭਿੱਖੀਵਿੰਡ, ਵਲਟੋਆ, ਹਰੀਕੇ, ਕੈਰੋਂ ਸਾਹਿਬ ਦਾ ਪਿੰਡ, ਲੌਕਾ ਵੀ ਆ ਗਿਆ ਵਿੱਚ, ਮੇਰਾ ਹਾਲ ਇਹ ਕਿਹਨਾਂ ਦਾ ਪਿੰਡ ਹੈ, ਕੁੱਲਾ, ਖਾਲੜਾ, ਇਹਨਾਂ ਪਿੰਡਾਂ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੇ ਬਿਜਲੀ ਦੇ ਮੀਟਰ ਲੱਗੇ ਨੇ, ਉਹਨਾਂ ਦੇ ਬਾਹਰ ਕੁੰਡੀਆਂ ਲਾ ਕੇ ਸ਼ਰੇਆਮ ਬਿਜਲੀ ਦੀ ਚੋਰੀ
ਹੋ ਰਹੀ ਹੈ। ਕਿ ਆਹ ਬਾਤਾਂ ਨੇ ਵੈਸੇ ਪੰਜਾਬ ਦੀਆਂ ਸੁਰਿੰਦਰ ਵੀਰ, ਪਬਲਿਕ ਦਾ ਹੀ ਮਤਲਬ ਪੋਲੀਟੀਕਲ ਲੋਕਾਂ ਦਾ ਹੀ ਦੋਸ਼ ਨਹੀਂ, ਤੇ ਪਕੌੜੇ ਖਾਣ ਵਾਲਿਆਂ ਦਾ ਵੀ ਦੋਸ਼ ਆ ਪੰਜਾਬੀਆਂ ਦਾ। ਚੋਰੀ ਦੀ ਤੇ ਹੱਦ ਹੀ ਹੋਈ ਜਾਂਦੀ ਹੈ ਜੀ। ਪਰਮਿੰਦਰ ਅਜੇ ਸੰਗਰੂਰ ਗਏ, ਪਰ ਬਠਿੰਡਾ ਮਾਨਸਾ ਨਹੀਂ ਗਏ। ਉਧਰ ਚਲੇ ਜਾਓ, ਉਧਰ ਜਿਹੜੇ ਬਕਸੇ 'ਚ ਮੀਟਰ ਆ, ਮੀਟਰ ਹੀ ਮੀਟਰ ਆ, ਭਾਵੇਂ ਸੜਿਆ ਭਾਵੇਂ ਚੱਲਦਾ, ਕੁੰਡੀਆਂ ਬਾਹਰੋਂ ਬਾਹਰ ਸਿੱਧੀਆਂ ਹੀ ਜਾਣ ਡਈਆਂ ਨੇ। ਹਾਂ ਜੀ, ਬਹੁਤਿਆਂ ਦੇ ਮੀਟਰ ਲਾ ਕੇ ਲੈ ਆਏ ਬਿਜਲੀ ਡਿਪਾਰਟਮੈਂਟ, ਤੇ ਉਹਨਾਂ ਨੇ ਮੀਟਰ ਲਾਉਣ ਲੱਗੇ ਨੂੰ ਕਿਹਾ ਕਿ ਮੀਟਰ ਤਾਂ ਲਾਉਣ ਦਿਆਂਗੇ, ਪਹਿਲਾਂ ਸਾਡੀਆਂ ਕੁੰਡੀਆਂ ਜੋੜ ਕੇ ਜਾ। ਅਗਲਾ ਮਾਰੀ ਦਾ ਜੋੜ ਆਇਆ, ਉਹ ਸਾਰਾ ਕੁਝ ਏਦਾਂ ਹੀ ਚੱਲ ਰਿਹਾ। ਪਰਮਿੰਦਰ, ਆਪਾਂ ਦੇਖਿਆ ਆਪਣਾ ਜਿੱਥੇ ਵੀ ਟਰਾਂਸਫਾਰਮਰ ਲੱਗਿਆ ਸ਼ਹਿਰ 'ਚ ਜਾਂ ਪਿੰਡ 'ਚ, ਉੱਥੇ ਇੱਕ ਵੱਡਾ ਮੀਟਰ ਲੱਗਾ, ਉਸ ਤੋਂ ਅੱਗੇ ਕਿੰਨੀ ਸਪਲਾਈ ਜਾਂਦੀ, ਜਦੋਂ ਉਹਦੇ ਨਾਲ ਕੈਲਕੂਲੇਟ ਕਰਦੇ ਸਾਰੀ ਜਗ੍ਹਾ ਤੇ ਕਪੜਾ, ਚਾਹੇ ਸ਼ਹਿਰੀ ਘਰੇਲੂ ਵਰਤੋਂ ਵਾਲੀ ਆ, ਚਾਹੇ ਇੰਡਸਟਰੀ ਦੀ ਆ, ਚਾਹੇ ਪਿੰਡਾਂ ਦੀ ਘਰੇਲੂ ਵਰਤੋਂ ਵਾਲੀ ਆ, ਸਾਰੀ 'ਚ ਹੋ ਰਿਹਾ। ਕੀ ਹੁੰਦਾ, ਜਿੱਥੇ ਏਸੀ ਚੱਲਦਾ ਉੱਥੇ ਰਾਤ ਨੂੰ ਕੁੰਡੀ ਸਭ ਦੇ ਪੈਂਦੀ ਆ, ਭਾਵੇਂ ਉਹ ਸ਼ਹਿਰੀ ਖੇਤਰ ਆ ਭਾਵੇਂ ਪੇਂਡੂ ਖੇਤਰ। ਤੇ ਬਿਜਲੀ ਡਿਪਾਰਟਮੈਂਟ ਜਿਹੜਾ ਉਹ ਰੋ ਤੇ ਵਾਕਿਆ ਹੀ ਰਿਹਾ ਕਿ ਸਾਨੂੰ ਘਾਟਾ ਪੈ ਰਿਹਾ। ਘਾਟਾ ਹੁਣ ਕਿੱਦਾਂ ਹੋਊ ਕਿ ਬਿਜਲੀ ਡਿਪਾਰਟਮੈਂਟ ਹੀ ਰਲਿਆ ਹੋਇਆ, ਉਹਨਾਂ ਨੂੰ ਪਤਾ ਹੁੰਦਾ, ਪਹਿਲਾਂ ਦੱਸ ਦਿੰਦੇ ਕਿ ਤੁਹਾਡੇ ਏਰੀਏ 'ਚ ਅੱਜ ਰਾਤ ਚੈਕਿੰਗ ਹੋ ਸਕਦੀ, ਤੜਕੇ ਅੱਜ ਦੀ ਰਾਤ ਕੁੰਡੀ ਨਾ ਪਾਇਓ। ਨਹੀਂ ਤਾਂ ਹਰ ਇੱਕ ਨੇ ਆਪਣੀ ਕੇਬਲ ਰੱਖੀ ਆ, ਹੌਲੀ ਜਿਹੇ ਕਰਕੇ ਜਦੋਂ ਦੇਖਦੇ ਹਨੇਰਾ ਆਉਣ ਲੱਗਾ ਚੁੱਪ ਕਰਕੇ ਪਾ ਦਿੰਦੇ ਆ, ਦੂਜਾ ਸਵਿੱਚ ਜਿਹੜਾ ਅੰਦਰਲਾ ਸੁੱਟ ਦਿੰਦੇ ਆ ਤੇ ਪਾ ਦਿੰਦੇ ਆ, ਮੀਟਰ ਕੁੜਿਆ ਤੇ ਅੰਦਰਲਾ ਕੰਮ ਨਾ ਚੱਲਦਾ। ਹੁਣ ਰਾਤ 'ਚ ਜ਼ਿਆਦਾ ਖਪਤ ਆ, ਦਿਨ 'ਚ ਖਪਤ ਘੱਟ ਆ, ਤੇ ਰਾਤ 'ਚ ਕੁੰਡੀਆਂ ਪੈ ਗਈਆਂ ਤੇ ਆਪਣੇ ਆਪ ਨੁਕਸਾਨ। ਤਾਂ ਹੁਣ ਜ਼ਿਆਦਾ ਖਪਤ ਜਿਹੜੀ ਉਹ 6 ਮਹੀਨੇ 'ਚ ਆ, ਜਦੋਂ ਗਰਮੀ ਦਾ ਸੀਜ਼ਨ ਆ, ਸਰਦੀ 'ਚ ਖਪਤ ਘਟ ਜਾਂਦੀ ਹੈ ਤੇ ਸਰਦੀ ਦੇ ਵਿੱਚ ਰੂਟੀਨ 'ਚ ਆ ਜਾਂਦਾ। ਸੋ ਇਸ ਕਰਕੇ ਪਰਮਿੰਦਰ, ਘੱਟ ਕਿਤੇ ਵੀ ਨਹੀਂ। ਤੁਸੀਂ ਇੰਡਸਟਰੀ ਨੂੰ ਛੇੜ ਲਓ, ਘਰੇਲੂ ਵਰਤੋਂ ਛੇੜ ਲਓ, ਜਿੱਥੇ ਮਰਜ਼ੀ ਛੇੜ ਲਓ, ਜਿਹਦਾ ਦਾ ਲੱਗ ਗਿਆ ਉਹ ਲਾਉਂਦਾ, ਬਾਕੀ ਸਾਹ ਦੇ ਛੇਲੇ ਜ਼ਰੂਰ ਨੇ। ਵੈਸੇ ਘਪਲਿਆਂ ਦਾ, ਚੋਰੀ ਦਾ ਤਾਂ ਕਮਾਲ ਹੀ ਹੈ। ਪਿੱਛੇ ਜੇ ਇੱਕ ਮਤਲਬ ਕੁੱਤੇ ਖੱਸੀ ਕਰਨ ਦਾ ਟੈਂਡਰ ਸੀਗਾ, ਉਹਦੇ ਵਿੱਚ ਵੀ ਬੰਬੇ ਦੇ ਵਿੱਚ, ਮਰਾਠਿਆਂ ਦੀ ਬੰਬੇ ਦੇ ਵਿੱਚ, ਬੰਬੇ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ 5 ਕਰੋੜ ਦਾ ਘੁਟਾਲਾ ਹੋਇਆ ਸੀ ਕੁੱਤੇ ਖੱਸੀ ਕਰਨ ਦੇ ਟੈਂਡਰਾਂ ਦੇ ਵਿੱਚ। ਜਾਣੀ ਖੱਸੀ ਕੀਤੇ ਨਹੀਂ ਅਤੇ ਬਿਨਾਂ ਵਜ੍ਹਾ ਹੈਗਾ ਉਹਨਾਂ ਦਾ ਕੁੱਤਿਆਂ ਦੇ ਖੱਸੀ ਕਰਨ ਦਾ ਪੈਸਾ ਸੀ ਜਿਹੜਾ ਉਹਨਾਂ ਨੂੰ ਸਟਰਲਾਈਜ਼ ਕਰਨ ਦਾ, ਉਹ ਖਾ ਲਿਆ ਗਿਆ। ਹੁਣ ਅੰਮ੍ਰਿਤਸਰ ਦੇ ਵਿੱਚ 20,000 ਕੁੱਤੇ ਜਿਹੜੇ ਨੇ ਉਹਨਾਂ ਦੀ ਨਸਬੰਦੀ, ਨਲਬੰਦੀ ਕਰਨੀ ਹੈ, ਕਿਉਂਕਿ ਅੱਜ ਕੱਲ੍ਹ ਫਿਰ ਇਹ ਸਰਦੀਆਂ ਦਾ ਸੀਜ਼ਨ ਆ ਜਾਂਦਾ, ਇਸ ਤਰ੍ਹਾਂ ਕੁੱਤੇ ਫਿਰ ਹਾਈਪਰ ਹੁੰਦੇ ਨੇ, ਗਰਦਸ਼ ਦੇ ਵਿੱਚ ਆਏ ਨੇ, ਮੀਟਿੰਗ ਦਾ ਟਾਈਮ ਹੈ। ਅਤੇ ਹੁਣ ਜਿਹੜਾ ਲੋਕਾਂ ਨੂੰ ਮਾਰਨ ਦਾ ਸਿਲਸਿਲਾ ਇਸ ਦੇ ਵਿੱਚ ਵਾਪਰਦਾ, ਅਤੇ ਜਿਸ ਦੌਰਾਨ ਕਈ ਸਾਰੇ ਲੋਕ ਫਿਰ ਇਸ ਦੇ ਵਿੱਚ ਨੁਕਸਾਨੇ ਵੀ ਜਾਂਦੇ ਨੇ। ਅਤੇ ਜਿਨ੍ਹਾਂ ਸਿਲਸਿਲਿਆਂ ਨੂੰ ਲੈ ਕੇ ਫਿਰ ਕਿਤੇ ਨਾ ਕਿਤੇ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ। ਅੰਮ੍ਰਿਤਸਰ ਨਗਰ ਨਿਗਮ ਨੇ 18 ਤਰੀਕ ਨੂੰ ਟੈਂਡਰ ਖੋਲ੍ਹਣਾ, ਕੁੱਤਿਆਂ ਨੂੰ ਖੱਸੀ ਕਰਨ ਦਾ ਜਿਹੜਾ ਟੈਂਡਰ ਉਹ ਉਸ ਦੇ ਵਿੱਚ ਜਾਣਾ। ਸੋ ਉਸ ਦੇ ਵਿੱਚ ਕਿਉਂਕਿ ਕਈ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ, ਜਾਣੀ ਹਰ ਚੀਜ਼ 'ਚ ਘਪਲੇ ਦਰ ਘਪਲੇ ਜਿਹੜੇ ਨੇ ਉਹ ਵਾਪਰ ਰਹੇ ਨੇ। ਅਤੇ ਜੇ ਗੱਲ ਕਰੀਏ ਪੰਜਾਬ ਕਾਂਗਰਸ ਦਾ ਜਾਂ ਅਕਾਲੀ ਦਲ ਦੀ ਰਾਜਨੀਤੀ ਵੱਲੋਂ ਥੋੜ੍ਹਾ ਜਿਹਾ ਆਉਂਦਾ ਪੰਜਾਬ ਵੱਲ ਦੀ ਨੂੰ, ਫਿਰ ਉਸ ਤੋਂ ਬਾਅਦ ਹੋਰ ਖਬਰਾਂ ਵੱਲ ਨੂੰ ਵਧਾਂਗੇ। ਅਤੇ ਕੀ ਰਾਜਨੀਤੀ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਚੱਲ ਰਹੀ ਹੈ ਜੀ? ਵਿਚਾਰੇ ਹੱਥ ਪੈਰ ਮਾਰ ਰਹੇ ਆ, ਅਜੇ ਤੱਕ ਕਿਨਾਰਾ ਕਨੂਰਾ ਨਹੀਂ ਕੋਈ ਲੱਭ ਰਿਹਾ, ਡੂੰਘੇ ਸਮੁੰਦਰ 'ਚ ਡਿੱਗੇ ਹੋਏ ਆ। ਸੋਚ ਰਹੇ ਆ ਵੀ ਕਿਤੇ ਨਾ ਕਿਤੇ ਹੱਥ ਪੈ ਜਾਏ, ਤੇ ਸੋਚ ਸਿਰਫ ਇੱਥੋਂ ਤੱਕ ਹੈ ਕਿ ਆਮ ਆਦਮੀ ਪਾਰਟੀ ਗਲਤੀਆਂ ਕਰੇ, ਕਿੰਨੀਆਂ ਕਰ ਸਕਦੀ ਆ। ਜਿੰਨੀਆਂ ਵੱਧ ਗਲਤੀਆਂ ਕਰੇਗੀ ਓਨਾ ਹੀ ਸਾਡੇ ਦਾਅ ਲੱਗਣ ਦੀ ਉਮੀਦ ਜਾਗੇਗੀ ਜੀ। ਆਪਣੇ ਲੈਵਲ ਤੇ ਕੋਈ ਹਿੰਮਤ ਨਹੀਂ ਹੋ ਰਹੀ, ਆਪਣੇ ਲੈਵਲ ਤੇ ਸਿੱਧੀ ਹਿੰਮਤ ਕਿੱਥੋਂ ਕਰਨਗੇ? ਸਿੱਧੀ ਲੋਕ ਐਕਸੈਪਟ ਨਹੀਂ ਕਰਦੇ। ਆਪਣੇ ਲੈਵਲ ਤੇ ਜਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਟੇਟਮੈਂਟ ਆਉਂਦੀ ਆ, ਤੇ ਜਾਂ ਫਿਰ ਐਸਜੀਪੀਸੀ ਕਹਿੰਦੇ, ਉਹਨੂੰ ਕਹਿੰਦੇ ਤੁਸੀਂ ਐਕਸ਼ਨ 'ਚ ਆਓ, ਤੁਸੀਂ ਉੱਤਰ ਮੈਦਾਨ 'ਚ, ਤੁਹਾਨੂੰ ਪ੍ਰਧਾਨ ਬਣਾਇਆ, ਤੁਹਾਨੂੰ ਹੋਰ ਵਰਤਣਾ, ਤੇ ਕਦੋਂ ਵਰਤਣਾ? ਆਹੀ ਤਾਂ ਔਖਾ ਸਮਾਂ ਨਿੱਤਰੋ ਮੈਦਾਨ 'ਚ, ਜਾਂ 2-4 ਔਖੀਆਂ ਸੌਖੀਆਂ ਗਰਮਾ ਗਰਮ ਸਟੇਟਮੈਂਟਾਂ ਜਿਹੜੀਆਂ ਉਹਨਾਂ ਤੋਂ ਆ ਜਾਂਦੀਆਂ ਨੇ। ਪਰ ਅਕਾਲੀ ਦਲ ਅਜੇ ਤੱਕ ਹੱਥ ਪੈਰ ਮਾਰ ਰਿਹਾ, ਪਰ ਉਹਨਾਂ ਨੂੰ ਉਸ ਲੈਵਲ ਤੇ ਉਹਦੇ ਪਿੰਡਾਂ 'ਚ ਪੈਰ ਜਿਹੜੇ ਆ ਆਪਣੇ ਏਰੀਏ ਦੇ ਵਿੱਚ, ਜਿੱਥੇ ਕਿ ਕਿਸੇ ਟਾਈਮ ਪਰਮਿੰਦਰ, ਖਾਸ ਕਰ ਬਠਿੰਡੇ ਤੇ ਮਾਨਸਾ, ਉਦੋਂ ਤਾਂ ਮਾਨਸਾ ਜ਼ਿਲ੍ਹਾ ਨਹੀਂ ਸੀ, ਬਠਿੰਡੇ ਨੂੰ ਦੇਖੀਦਾ ਸੀ ਪਰਮਿੰਦਰ, ਤੁਸੀਂ ਦੇਖੋ ਪੱਗ ਖੱਬੀ ਵੱਜੀ ਹੋਈ ਜੀ, ਹੱਥ ਦੇ ਵਿੱਚ ਸਿਗਰਟ ਤੇ ਬੀੜੀ ਵੀ ਹੁੰਦੀ ਸੀ। ਪਰ ਪਤਾ ਕੀ ਹੁੰਦਾ ਸੀ? ਜੇ ਉਹਨਾਂ ਨੂੰ ਪੁੱਛਣਾ ਵੋਟ, ਕਹਿੰਦੇ ਵੋਟ ਪੰਥ ਦੀ ਹੈ। ਇਹ ਹਾਲਾਤ ਹੁੰਦੀ ਸੀ। ਅੱਜ ਤਾਂ
ਜਿਹੜਾ ਗੁਰਸਿੱਖ ਆ ਜਿਹਦੇ ਗਾਤਰਾ ਉੱਪਰ ਦੀ ਆ ਉਹ ਵੀ ਕਹਿੰਦਾ ਨਾ ਕੋਈ ਪੰਥ ਮੁੱਤ ਨਹੀਂ ਆ, ਪੰਥ ਨਹੀਂ ਸਾਨੂੰ ਨਹੀਂ ਦਿਖਿਆ ਹੁਣ ਤੱਕ, ਪੰਥ ਦੇ ਨਾਂ ਤੇ ਸਾਨੂੰ ਲੁੱਟਿਆ, ਅਸੀਂ ਨਹੀਂ ਪਾਉਂਦੇ, ਹੁਣ ਤਾਂ ਹਾਲਾਤ ਇਹ ਬਣ ਗਏ। ਮਤਲਬ ਉਹ ਛੱਡੋ, ਉਹ ਖੱਬੀਆਂ ਪੱਗਾਂ ਵਾਲੇ, ਹੱਥ 'ਚ ਬੀੜੀ ਤੇ ਸਿਗਰਟ ਵਾਲੇ, ਉਹਨਾਂ ਨੂੰ ਛੱਡ ਦੋ ਜਿਹੜੇ ਕਹਿੰਦੇ ਸੀ ਪੰਥ ਦੀ ਵੋਟ ਆ। ਅੱਜ ਤਾਂ ਗੁਰਸਿੱਖ ਵੀ ਜਿਹੜੇ ਆ ਉਹ ਕਿਨਾਰਾ ਕਰੀ ਬੈਠੇ ਆ, ਕਿਉਂਕਿ ਗਲਤੀਆਂ ਬਹੁਤ ਕਰ ਲਈਆਂ, ਲੋਕਾਂ ਨੂੰ ਬੇਵਕੂਫ ਬਹੁਤ ਬਣਾ ਲਿਆ, ਪਰਿਵਾਰ ਪਾਲ ਲਿਆ, ਤੇ ਪਰਿਵਾਰ ਪਾਲਦਿਆਂ ਨਹੀਂ ਕੁਝ ਕਰ ਲਿਆ। ਰਹਿ ਗਈ ਗੱਲ ਕਾਂਗਰਸ ਦੀ, ਕਾਂਗਰਸ ਵੀ ਉਸੇ ਸਥਿਤੀ 'ਚ ਆ, ਕਿਉਂਕਿ ਕਾਂਗਰਸ ਨੇ ਤੇ ਅਕਾਲੀ ਦਲ ਦੇ ਇੱਕ ਤਾਂ ਦੋਨਾਂ ਦੇ ਵਿੱਚ ਸੇਮ ਮਤਲਬ ਕੀ ਕਹਿੰਦੇ, ਜੇ ਕਹਿ ਦਈਏ DNA ਦੋਨਾਂ ਦਾ ਸੇਮ ਜਿਹਾ ਦਿਖਦਾ ਜੀ, ਕਿਉਂਕਿ ਉੱਥੇ ਵੀ ਪੁੱਤ ਦੇ ਮੋਹ 'ਚ ਕਾਂਗਰਸ ਦਾ ਬੇੜਾ ਗਰਕ ਹੋਇਆ ਤੇ ਇੱਧਰ ਵੀ ਅਕਾਲੀ ਦਲ 'ਚ ਵੀ ਪੁੱਤ ਦੇ ਮੋਹ ਦੇ ਵਿੱਚ ਹੀ ਅਕਾਲੀ ਦਲ ਦਾ ਪੱਠਾ ਬੈਠਿਆ। ਦੂਜੀ ਗੱਲ, ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਕੋਲੇ ਇੱਕ ਟੀਮ ਸੀ, ਚਾਹੇ ਉਹ ਰਣਜੀਤ ਸਿੰਘ ਬ੍ਰਹਮਪੁਰਾ ਸੀ, ਚਾਹੇ ਉਹ ਪ੍ਰਕਾਸ਼ ਸਿੰਘ ਮਜੀਠਾ ਸੀ, ਚਾਹੇ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਗੁਰਦੇਵ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਦੀ ਨਾਲ ਕੈਪਟਨ ਕਮਲਜੀਤ, ਉਹਦੇ ਕੋਲ ਇੱਕ ਟੀਮ ਸੀ। ਇਸ ਟੀਮ ਨੂੰ ਨਾਲ ਲਾ ਕੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਵਿਚਰਦਾ ਸੀ, ਤੇ ਜਦੋਂ ਕਿਤੇ ਗੁਰਚਰਨ ਸਿੰਘ ਟੌੜਾ ਨਾਲ ਜ਼ਿਆਦੀ ਦੋਸਤੀ ਪੈ ਜਾਂਦੀ, ਉਦੋਂ ਇਸ ਟੀਮ ਨੂੰ ਥੋੜੀਆਂ ਬਹੁਤੀਆਂ ਅੱਖਾਂ ਵੀ ਦਿਖਾ ਦਿੰਦਾ ਸੀ। ਇਹ ਟੀਮ ਕਿਤੇ ਕਈ ਵਾਰ ਕਹਿੰਦੀ ਵੀ ਸੀ ਕਿ ਜਦੋਂ ਬਾਦਲ ਸਾਹਿਬ ਦੀ ਟੌੜਾ ਸਾਹਿਬ ਨਾਲ ਜ਼ਿਆਦੀ ਸੈੱਟ ਪੈ ਜਾਂਦੀ, ਫਿਰ ਸਾਨੂੰ ਰਹਿਣ ਨਹੀਂ ਦਿੰਦੇ। ਸੋ ਸੁਖਬੀਰ ਸਿੰਘ ਬਾਦਲ ਕੋਲੇ ਉਹ ਟੀਮ ਅਜੇ ਤੱਕ ਨਹੀਂ ਬਣ ਸਕੀ ਜਿਹੜੀ ਔਖੇ ਸਮੇਂ ਸਾਥ ਦੇਵੇ। ਠੀਕ ਆ, ਚਰਨਜੀਤ ਬਰਾੜ ਨੂੰ ਨੇੜੇ ਲਾਇਆ, ਵਿਕਰਮ ਮਜੀਠੀਆ ਨੇੜੇ ਆ, ਪਰ ਉਹ ਆਪਣੇ ਦਾਅ 'ਚ ਆ ਵੀ ਕਦੋਂ ਪ੍ਰਧਾਨਗੀ ਮੇਰੇ ਹੱਥ ਆਵੇ। ਡਾਕਟਰ ਦਲਜੀਤ ਸਿੰਘ ਚੀਮਾ ਬੈਠੇ ਆ, ਮਹੇਸ਼ਿੰਦਰ ਗਰੇਵਾਲ ਨੂੰ ਲਾਇਆ ਜਿਹਦੇ ਲੁਧਿਆਣੇ 'ਚ ਖੁਦ ਦੇ ਪੈਰ ਨਹੀਂ ਲੱਗ ਰਹੇ। ਯਾਨੀ ਕਿ ਉਹਨਾਂ ਨੇ ਜਿਹੜੀ ਟੀਮ ਲਾਈ ਆ, ਉਹ ਟੀਮ ਆਪਣੇ ਏਰੀਏ 'ਚ ਖੁਦ ਦੇ ਪੈਰ ਨਹੀਂ ਲਾ ਰਹੀ ਜੀ, ਜਿਹਦੇ ਆਪਦੇ ਪੈਰ ਨਹੀਂ ਲੱਗਣਗੇ ਉਹ ਪਾਰਟੀ ਪ੍ਰਧਾਨ ਦੇ ਕਿੱਥੋਂ ਲਵਾਊਗਾ। ਰਹਿ ਗਈ ਗੱਲ ਕਾਂਗਰਸ ਦੀ, ਪਰਮਿੰਦਰ ਕਾਂਗਰਸ ਦਾ ਹਾਲ ਇਹ ਆ ਕਿ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਣ ਲਈ ਕੋਈ ਤਿਆਰ ਨਹੀਂ ਜੀ। ਰਾਜਾ ਵੜਿੰਗ ਜਿੰਨੀਆਂ ਮਰਜ਼ੀ ਸਟੇਟਮੈਂਟਾਂ ਦੇਈ ਜਾਵੇ, ਜੋ ਕੁਝ ਮਰਜ਼ੀ ਕਰੀ ਜਾਵੇ, ਜਦੋਂ ਪਾਰਟੀ ਦੇ ਅੱਲੇ ਪੱਲੇ ਉੱਪਰਲੇ ਲੈਵਲ ਤੇ ਕੁਝ ਨਹੀਂ ਹੈ ਤੇ ਥੱਲਿਓਂ ਕੀ ਭਾਲਦੇ ਹੋ। ਯਾਨੀ ਕਿ ਜੇ ਕਹਿ ਦੋ ਕਿਸੇ ਦਰਖਤ ਦੀਆਂ ਜੜ੍ਹਾਂ 'ਚ ਤੇਜ਼ਾਬ ਜਿਹੜਾ ਉਹ ਡੋਲ ਦਿੱਤਾ ਗਿਆ ਤੇ ਜੜ੍ਹਾਂ ਗਲ ਗਈਆਂ, ਤੇ ਆਪਾਂ ਉਹਨੂੰ ਪੱਤੇ ਉਹਦੇ ਨਿਕਲਣ ਦੀ ਉਮੀਦ ਨਹੀਂ, ਅਸੀਂ ਉਹਨੂੰ ਕਹੀਏ ਕਿ ਇਹਨੂੰ ਫਲ ਲੱਗਣਗੇ, ਇਹਨੂੰ ਫੁੱਲ ਨਿਕਲਣਗੇ, ਫਲ ਲੱਗਣਗੇ, ਫਲ ਪੱਕ ਜੂਗਾ, ਕੋਈ ਕਹਿੰਦਾ ਮੈਂ ਕੱਚਾ ਤੋੜ ਕੇ ਲੈ ਜੂ ਘਰੇ ਜਾ ਕੇ ਪਕਾ ਕੇ ਖਾ ਲੂ, ਕਿੱਥੋਂ ਖਾ ਲਓਗੇ ਭਲੇ ਮਾਨਸੋ, ਉਹਦੇ ਤੇ ਲੋਕਾਂ ਨੇ ਟਾਹਣੇ ਵੱਢ ਕੇ ਲੈ ਜਾਣੇ, ਉੱਤੇ ਬਚਣਾ ਕੱਖ ਨਹੀਂ ਹੈ ਜਿਹੜੀ ਹਾਲਾਤ ਬਣੀ ਪਈ ਹੈ ਜੀ। ਜਿਸ ਤਰ੍ਹਾਂ ਜੇ ਸਿਆਸਤ ਦੀ ਗੱਲ ਕਰੀਏ, ਪ੍ਰਯਾਗਰਾਜ ਇਲਾਹਾਬਾਦ ਦੇ ਵਿੱਚ RSS ਦੇ 4 ਦਿਨਾਂ ਸਮਾਗਮ ਸ਼ੁਰੂ ਹੋ ਗਏ ਨੇ। RSS ਦਾ ਜਿਹੜਾ ਕੇਡਰ ਹੈ ਉਸਨੇ ਸਿੱਖ ਪੰਥਕ ਹਲਕਿਆਂ ਦੇ ਵਿੱਚ ਪੂਰੀ ਪੈਂਠ ਬਣਾ ਲਈ ਹੈ। ਮੋਦੀ ਸਾਹਿਬ ਦੇ ਨਾਲ ਇੱਕ ਵੱਡੇ ਪੱਧਰ 'ਤੇ ਸਿੱਖ ਸਮਾਜ ਦੇ ਲੋਕ ਦਿੱਲੀ ਦੇ ਵਿੱਚ ਇਕੱਠੇ ਕੀਤੇ ਗਏ, ਉਹ ਨੈਕਸਸ ਵੀ ਕਾਫੀ ਡਿਵੈਲਪ ਹੋ ਰਹੇ ਨੇ। ਨਿੱਤ ਦਿਨ ਜਿਹੜੇ ਸੰਤ ਸਮਾਜ ਨਾਲ ਜੁੜੇ ਲੋਕ ਨੇ ਜਾਂ ਸਿੱਖਾਂ ਦੇ ਧਾਰਮਿਕ ਚਿਹਰੇ ਨੇ, ਉਹ ਬਿਆਨਬਾਜ਼ੀਆਂ ਕਰਦੇ ਨੇ। ਹੁਣ ਇੱਕ ਜਿਹੜੀ ਬੰਦੇ ਮਾਤਰਮ ਐਕਸਪ੍ਰੈਸ ਟ੍ਰੇਨ ਚਲਾਈ ਹੈ ਹਿਮਾਚਲ ਨੂੰ, ਉਹਦਾ ਅੰਮ੍ਰਿਤਸਰ ਦੇ ਵਿੱਚ ਰੁਕਣਾ, ਹਾਲਾਂਕਿ ਇਕਬਾਲ ਸਿੰਘ ਲਾਲਪੁਰਾ ਨੂੰ, ਚਲੋ ਠੀਕ ਹੈ, ਹਿਮਾਚਲ ਜਾਂਦੀ ਹੈ, ਰਸਤੇ 'ਚ ਅਨੰਦਪੁਰ ਸਾਹਿਬ ਰੁਕ ਜੇਗੀ ਤਾਂ ਕਿੱਡਾ ਕੁ ਪੰਜਾਬ ਦੇ ਲੋਕਾਂ ਨੂੰ ਫਾਇਦਾ ਆ, ਪਰ ਉਹਦਾ ਧੰਨਵਾਦ ਕਰ ਰਹੇ ਨੇ ਦਲਜੀਤ ਸਿੰਘ ਸ਼ਿਕਾਗੋ ਵਾਲੇ ਸੰਤ। ਸੋ ਇਸ ਤਰ੍ਹਾਂ ਦੇ ਸਿਲਸਿਲੇ ਵਿੱਚ ਕਿ ਪੋਲਿਸ਼ ਕਰਨ ਵਾਲੇ ਲੋਕ, ਤੂੰ ਮੈਨੂੰ ਮੁੱਲਾ ਕਹੇ ਮੈਂ ਤੈਨੂੰ ਕਾਜੀ ਆਖੂੰ, ਇਹ ਸਿਲਸਿਲਾ ਵੀ ਬਹੁਤ ਵੱਧ ਰਿਹਾ ਹੈ ਪੰਜਾਬ ਨੂੰ। ਦੇ ਵਿੱਚ ਜਿਹੜੇ ਧਾਰਮਿਕ ਲੋਕ ਕਹਾਉਂਦੇ ਨੇ, ਪ੍ਰਚਾਰਕ ਕਹਾਉਂਦੇ ਨੇ, ਇਹ ਸਿੱਧੇ ਜਾਂ ਅਸਿੱਧੇ, ਟੇਢੇ ਜਾਂ ਸਿੱਧੇ ਤਰੀਕੇ ਨਾਲ ਕਿਤੇ ਨਾ ਕਿਤੇ BJP ਨੂੰ, RSS ਨੂੰ ਸਿੱਧੀ ਸਪੋਰਟ ਕਰਨ ਲੱਗ ਪਏ ਨੇ। ਉਹਨਾਂ ਦੇ ਹੱਕ 'ਚ ਇਹਨਾਂ ਦੇ ਬਿਆਨਾਤ ਆਉਣ ਲੱਗੇ ਨੇ। ਇੱਕ ਪਾਸੇ ਸਿੱਖਾਂ ਦੇ ਮਸਾਇਲ ਨੇ, ਅਮਰਤਪਾਲ ਸਿੰਘ ਜਾਂ ਹੋਰ ਲੋਕ ਵੀ ਆਪਣੀ ਸਰਗਰਮੀ ਨਾਲ ਚੱਲ ਰਹੇ ਨੇ, ਬੇਅਦਬੀ ਦਾ ਇਨਸਾਫ ਕੋਈ ਨਹੀਂ ਮਿਲ ਰਿਹਾ। ਪ੍ਰਧਾਨ ਮੰਤਰੀ ਕਹਿੰਦੇ ਨੇ ਨਿਆਂ 'ਚ ਦੇਰੀ ਹੋਣਾ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ, ਪਰ ਇਹਨੂੰ ਹੱਲ ਕਰੋ ਭਾਈ। ਫਿਰ ਕਿਉਂ ਨਹੀਂ ਇਸ ਤਰ੍ਹਾਂ ਦੇ ਮਸਲਿਆਂ ਦਾ ਇਨਸਾਫ ਮਿਲਦਾ ਜਿਹਦੇ ਲਈ ਲੋਕ ਜਦੋਜਹਿਦ ਕਰਦੇ ਨੇ, ਜਿਨ੍ਹਾਂ ਦੇ ਨਾਂ 'ਤੇ ਸਰਕਾਰਾਂ ਬਣਦੀਆਂ ਅਤੇ ਟੁੱਟਦੀਆਂ ਨੇ। ਪਰ ਆਮ ਲੋਕ ਕਰਨ ਕੀ? ਆਮ ਲੋਕਾਂ ਦੇ ਤਾਂ ਪਟਾਕੇ ਵੱਜੇ ਪਏ ਆ। ਅਤੇ ਇਸ 'ਚ ਤੁਸੀਂ ਇਸ ਕੇਸ ਦੀ ਥੋੜ੍ਹੀ ਜਿਹੀ ਦਿਓ ਅਪਡੇਟ। ਅਤੇ ਅਗਲੀ ਖਬਰ ਦਾ ਮੈਂ ਜ਼ਿਕਰ ਕਰਦੇ ਹਾਂ ਕਿ ਤਾਮਿਲਨਾਡੂ ਦਾ ਸ਼ਿਵਾਕਾਸ਼ੀ ਦੇ ਪਟਾਕੇ, ਆਪਣੀ ਉਮਰ ਤੋਂ ਪਹਿਲਾਂ ਆਪਾਂ ਵੀ ਇਹੀ ਬਚਪਨ 'ਚ ਵਜਾਉਂਦੇ ਹੁੰਦੇ ਸੀ, ਮੁਰਗਾ ਬੰਬ। ਮਤਲਬ ਪਟਾਕਿਆਂ ਦਾ ਇੰਟਰਨੈਸ਼ਨਲ ਪੱਧਰ ਦਾ ਕਾਰੋਬਾਰ ਹੈ ਇੱਥੇ। ਤਕਰੀਬਨ 6.5 ਲੱਖ ਬੰਦਾ ਇਸ ਪਟਾਕਾ ਕਾਰੋਬਾਰ ਦੇ ਵਿੱਚ ਹੈ। ਪਰ ਜਿਸ ਤਰ੍ਹਾਂ ਕੁਛ ਜਿਹੜੇ ਇਹਨਾਂ ਦੇ ਵਿੱਚ ਵਰਤੇ ਜਾਣ ਵਾਲੇ ਰਸਾਇਣ ਨੇ, ਉਹਨਾਂ ਦੇ ਰੇਟ ਵਧੇ ਨੇ। ਸੋ ਇਸ ਰਸਤੇ ਵਿੱਚ ਤਕਰੀਬਨ ਇੱਥੇ ਬਹੁਤ ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ ਨੇ। ਪਟਾਕਿਆਂ ਦੇ ਉਤਪਾਦਨ ਦੇ ਵਿੱਚ 40% ਦੀ ਕਮੀ ਆ ਗਈ ਹੈ ਅਤੇ ਇਹਨਾਂ ਦੀਆਂ ਕੀਮਤਾਂ ਦੇ ਵਿੱਚ 30% ਇਜ਼ਾਫਾ ਹੋ ਗਿਆ। 6.5 ਲੱਖ ਬੰਦਾ ਸਿੱਧੇ ਤੌਰ 'ਤੇ ਇਸ ਦੇ ਨਾਲ ਜੁੜਿਆ। 1.5 ਲੱਖ ਲੋਕ ਪਟਾਕਿਆਂ ਦੇ ਕਾਰੋਬਾਰ 'ਚ ਜਿਹੜੇ ਸੀਗੇ ਉਹ ਆਪਣਾ ਰੁਜ਼ਗਾਰ ਗਵਾ ਚੁੱਕੇ ਨੇ। ਐਡਾ ਰਿਸਕੀ ਹੈ ਕਿ ਕਈ ਵਾਰੀ ਪਟਾਕੇ ਬਣਾਉਂਦੇ ਬੰਦਿਆਂ ਦੇ ਤੂੰਬੇ ਉੱਡ ਜਾਂਦੇ ਨੇ।
ਇਹਨਾਂ 'ਚੋਂ ਸ਼ਿਵਾ ਕਾਸ਼ੀ ਤਾਮਿਲਨਾਡੂ ਦੇ ਬਹੁਤ ਸਾਰੇ ਲੋਕ ਜੋ ਪਟਾਕਾ ਕਾਰੋਬਾਰ ਸੀ ਉਹ ਦੇਸ਼ ਦੇ ਦੂਜੇ ਸੂਬਿਆਂ 'ਚ ਨੂੰ ਚਲੇ ਗਏ, ਅਤੇ ਉੱਥੋਂ ਦੇ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਨੇ ਸਟਾਲਨ ਹੋਰਾਂ ਨੇ ਮੰਗ ਵੀ ਕੀਤੀ ਸੀ ਕਿ ਦਿੱਲੀ ਦੇ ਵਿੱਚ ਜਿਵੇਂ ਪਟਾਕੇ ਬੈਨ ਨੇ ਖੋਲ੍ਹੇ ਜਾਣ, ਕਿਉਂਕਿ ਕੁਝ ਪਟਾਕੇ ਚਾਈਨਾ ਤੋਂ ਵੀ ਆਉਂਦੇ ਨੇ, ਪਰ ਦੇਸ਼ ਦੇ ਬਣੇ ਪਟਾਕੇ ਜਿਵੇਂ ਆਪਣੇ ਅਟਾਰੀ ਵਾਹਗਾ ਬਾਰਡਰ ਬਣਦਾ, ਇਸੇ ਤਰ੍ਹਾਂ ਜਿਹੜਾ ਕੋਲੰਬੋ ਬਾਰਡਰ ਹੈ ਸ਼੍ਰੀਲੰਕਾ ਵਾਲਾ ਉਹ ਬੈਨ ਕੀਤਾ ਹੋਇਆ, ਅਤੇ ਉਹ ਬਾਇਆ ਬੰਬੇ ਉਹਨਾਂ ਦਾ ਸਮਾਨ ਜਾਂਦਾ, ਉਹਦੇ 'ਚ ਜਿਹੜਾ ਕੈਰੀਅਰ ਹੈ ਖਰਚੇ ਨੇ ਉਹ ਬਹੁਤ ਜ਼ਿਆਦਾ ਪੈਂਦੇ ਨੇ। ਸੋ ਇਸ ਸਿਲਸਿਲੇ ਦੇ ਵਿੱਚ ਤਕਰੀਬਨ ਸ਼ਿਵਾ ਕਾਸ਼ੀ ਦੇ ਵਿੱਚੋਂ ਬਹੁਤ 1070 ਦੇ ਕਰੀਬ ਇੱਥੋਂ ਫੈਕਟਰੀਆਂ ਸੀ ਜਿਹੜੇ ਤਕਰੀਬਨ 6.5 ਲੱਖ ਲੋਕ ਕੰਮ ਕਰਦੇ ਸੀ। ਇਹਨਾਂ ਦੇ ਵਿੱਚੋਂ ਦੇਸ਼ ਦੇ ਇੰਡੀਆ ਦੇ 90% ਪਟਾਕੇ ਇੱਥੇ ਬਣਦੇ ਸੀ। ਹਾਲਾਂਕਿ ਵੇਰੀਅਮ ਨਾਈਟ੍ਰੇਟ ਜਾਂ ਹੋਰ ਪਦਾਰਥ, ਪੇਪਰ ਪੋਟਾਸ਼ੀਅਮ ਨਾਈਟ੍ਰੇਟ ਜਾਂ ਹੋਰ ਜਿਹੜਾ ਪਾਊਡਰ ਵਗੈਰਾ ਮਹਿੰਗੇ ਹੋ ਗਏ ਨੇ, ਜਿਸ ਕਰਕੇ ਇਸ ਕੀਮਤਾਂ ਦੇ ਵਿੱਚ 30% ਇਜ਼ਾਫਾ ਹੋਇਆ ਅਤੇ 50% ਰੇਟ ਵੱਧ ਗਏ ਨੇ। ਇਸ ਕਰਕੇ ਟੋਟਲ ਜਿਹੜੀਆਂ ਪਟਾਕਿਆਂ ਦੀ ਕੀਮਤ ਉਹ 30 ਤੋਂ 40% ਤੱਕ ਵੱਧ ਗਈ ਹੈ। ਇੱਥੇ ਸ਼ਿਵਾ ਕਾਸ਼ੀ ਦੇ ਵਿੱਚ ਅੰਦਾਜ਼ਨ 200 ਕਿਸਮ ਦੇ ਪਟਾਕੇ ਬਣਦੇ ਸੀ, ਪਰ ਹੁਣ 150 ਕਿਸਮ ਦੇ ਰਹਿ ਗਏ ਨੇ। ਲੋਕਾਂ ਦੇ ਆਮ ਰੁਜ਼ਗਾਰ ਖੁੱਸ ਰਹੇ ਨੇ, ਪਰ ਦੇਸ਼ ਦੇ ਵਿੱਚ ਈਵਨ ਤੁਸੀਂ ਵੇਖੋ ਕਿ RSS 4 ਦਿਨਾਂ ਵੱਡਾ ਸਮਾਗਮ ਪ੍ਰਯਾਗਰਾਜ ਦੇ ਵਿੱਚ ਕਰ ਰਿਹਾ, ਉਹਦੇ ਵਿੱਚ ਕਈ ਚੀਜ਼ਾਂ ਨਿਕਲਣਗੀਆਂ ਇਹਨਾਂ ਚੋਣਾਂ ਦੇ ਮੱਦੇਨਜ਼ਰ, ਪਰ RSS ਦਾ ਜਿਹੜਾ ਮਜ਼ਦੂਰ ਵਿੰਗ ਹੈ, ਜਿਹੜਾ ਉਹਨਾਂ ਦਾ ਲੇਬਰ ਵਿੰਗ ਹੈ, ਉਹਨਾਂ ਦਾ ਕਿਸਾਨ ਵਿੰਗ ਹੈ, ਉਹ ਇਹਨਾਂ ਦੀਆਂ ਨੀਤੀਆਂ ਦਾ ਵਿਰੋਧ ਵੀ ਕਰ ਰਿਹਾ ਕਿ ਚਾਈਨਾ ਤੋਂ ਨਿੱਕੀਆਂ ਨਿੱਕੀਆਂ ਚੀਜ਼ਾਂ ਭਾਵੇਂ ਲੜੀਆਂ ਨੇ ਜਾਂ ਹੋਰ ਸਮਾਨ ਹੈ ਦਿਵਾਲੀ ਦਾ ਉਹ ਆ ਰਿਹਾ ਹੈ, ਪਰ ਦੇਸ਼ ਦੇ ਵਿੱਚ ਜਿਹੜਾ ਛੋਟਾ ਉਦਯੋਗ ਹੈ ਉਹ ਖਤਮ ਹੋ ਰਿਹਾ। RSS ਵੱਡੇ ਕਾਰਪੋਰੇਟਾਂ ਦੇ ਇਸ਼ਾਰੇ 'ਤੇ ਚੱਲਦੀ ਹੈ, ਪਰ ਛੋਟੇ ਲੋਕ ਕੋਈ ਸ਼੍ਰੀ ਰਾਮ ਦੇ ਨਾਂ 'ਤੇ ਰਾਮ ਰਾਜ ਦੇ ਸੁਪਨੇ ਵੇਖਦੇ ਇਹਨਾਂ ਦੇ ਨਾਲ ਲੱਗ ਰਹੇ ਨੇ, ਪਰ ਅੰਦਰੋਂ ਅੰਦਰੀ ਜਿਵੇਂ ਹੁਣ ਸ਼ਿਵਾ ਕਾਸ਼ੀ ਪਟਾਕਾ ਇੰਡਸਟਰੀ ਦੇ ਲੋਕ ਨੇ, ਇਹਨਾਂ ਦੇ ਘਰੇ ਲਾਲੇ ਪਏ ਨੇ। ਸੋ ਸ਼੍ਰੀ ਰਾਮ ਦੇ ਲੱਲੇ ਜਾਣ ਤੇ ਜਾਣ ਕਿੱਧਰ ਨੂੰ, ਅਤੇ ਇੱਧਰੋਂ ਸਾਡੇ ਵਾਲਾ ਜਿਹੜਾ ਸੰਤ ਸਮਾਜ ਜਾਂ ਹੋਰ ਸਿੱਖ ਧਾਰਮਿਕ ਲਾਣਾ ਉਹ ਮੋਦੀ ਸਾਹਿਬ ਦੇ ਜਾਂ RSS ਦੇ ਕਸੀਦੇ ਪੜ੍ਹੀ ਜਾਂਦਾ। ਜੀ ਸੁਰਿੰਦਰ ਜੀ। ਪਰਮਿੰਦਰ, ਪਹਿਲੀ ਗੱਲ ਤੇ ਨਾ ਹੁਣ ਜਿਹੜੇ ਸੰਤ ਆ, ਮੈਨੂੰ ਨਾ ਜਦੋਂ BSNL ਨੇ ਸ਼ੁਰੂ 'ਚ ਮੋਬਾਈਲ ਸ਼ੁਰੂ ਕੀਤਾ ਉਹ ਯਾਦ ਆ ਗਿਆ। BSNL 'ਚ ਨਾ ਸਾਰਿਆਂ ਦੀਆਂ ਲਾਈਨਾਂ ਲੱਗਦੀਆਂ ਸੀ, ਕਹਿੰਦੇ 1008 ਜਿਹਦਾ ਨੰਬਰ ਐਂਡ ਤੇ ਹੋਵੇ ਉਹ ਲੈਣਾ ਸੀ। ਅੱਛਾ, ਸ਼੍ਰੀ 1008। ਹਾਂ, ਉਹ ਫਿਰ ਮੈਂ ਪੁੱਛਿਆ, ਮੈਂ ਉਹ ਜਿਹੜਾ ਡਿਸਟ੍ਰਿਕਟ ਟੈਲੀਕਮਿਊਨੀਕੇਸ਼ਨ ਅਫਸਰ ਸੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਇਹ ਕੀ ਆ? ਉਹ ਕਹਿੰਦਾ ਮਸਟੰਡੇ ਇਕੱਠੇ ਹੋਏ ਨੇ। ਮੈਂ ਕੀ ਗੱਲ? ਉਹ ਕਹਿੰਦਾ ਆਉਂਦਾ ਜਾਂਦਾ ਊੜਾ ਐੜਾ ਨਹੀਂ ਗਾ ਤੇ ਸਾਰੇ ਪ੍ਰੋਫੈਸਰ ਬਣਨਾ ਚਾਹੁੰਦੇ ਆ। ਕਹਿੰਦਾ ਇਹ ਕਹਿੰਦੇ ਅਸੀਂ ਸਭ ਤੋਂ ਵੱਡੇ ਸਾਧ ਆ, ਤੇ ਕਹਿੰਦਾ ਇਹ 1008 ਆਪਣੇ ਨਾਮ ਨਾਲ ਆਉਂਦੇ ਆ, ਤੇ ਕਹਿੰਦਾ ਇਹਨਾਂ ਨੂੰ ਆ ਕਿ ਮੋਹਰੇ ਨੰਬਰ ਉਦੋਂ 94 ਵਾਲੀ ਸ਼ੁਰੂ ਹੋਈ ਸੀ, 94 171 ਵਾਲੀ, ਕਹਿੰਦਾ ਮੋਹਰੇ 94 171 ਹੈ, ਕਹਿੰਦਾ 01008 ਵਾਲਾ ਲੈਣਾ ਸੀ ਤਾਂ ਕਿ ਬੜਾ ਵੱਡਾ ਸੰਤ ਆ ਇਹ। ਠੀਕ ਹੈ, ਹੁਣ ਉਹੀ ਦੌੜ ਸਿੱਖਾਂ 'ਚ ਲੱਗੀ ਹੋਈ ਆ। ਹੁਣ ਤਾਂ ਮੇਰਾ ਰਾਦਾ ਆਪਾਂ ਵੀ ਨਹੀਂ, ਆਪਾਂ ਵੀ ਦਾੜਾ ਪ੍ਰਕਾਸ਼ ਕਰਕੇ ਨਾ ਤੇ ਚੁੱਪ ਕਰਕੇ ਨਾ ਸੰਤ ਲਾ ਦੋ ਤੇ ਨਾਲ ਲਾ ਦੋ 1008। ਨਹੀਂ, ਤੁਹਾਡਾ ਹੁਣ ਜਿਹੜਾ ਨੇਮ ਪਾਇਆ ਹੋਇਆ ਐਡਵੋਕੇਟ ਦੀ ਜਗ੍ਹਾ ਸੰਤ ਸੁਰਿੰਦਰ ਸਿੰਘ, ਨਾਲੇ SS ਜੁੜਦਾ ਵੀ ਹੈ ਟੈਗਲਾਈਨ, ਸੰਤ ਸੁਰਿੰਦਰ ਸਿੰਘ ਪਟਿਆਲੇ ਵਾਲੇ ਬਣਾ ਦਿੰਦੇ ਆ। ਕੋਈ ਚੁਣੌਤੀ ਥੋੜ੍ਹੀ ਦੇ ਸਕਦਾ ਆਪਾਂ ਨੂੰ, ਤੁਸੀਂ ਤਾਂ ਪ੍ਰਕਾਸ਼ ਕਰੋ ਨਾ ਕਰੋ, ਤੁਹਾਨੂੰ ਤਾਂ ਦਿੱਕਤ ਹੀ ਕੋਈ ਨਹੀਂ ਹੈ ਨਾ। ਵੈਸੇ ਦਾੜੀ ਗੱਟੀ ਵਾਲੇ ਵੀ ਸੰਤ ਬਣ ਸਕਦੇ ਆ। ਮਸਲਨ ਇਹ ਜਿਹੜਾ ਹੁਣ ਤੁਸੀਂ ਵੇਖੋ ਕਿ ਦਲਜੀਤ ਸਿੰਘ ਸ਼ਿਕਾਗੋ ਵਾਲੇ ਜਾਂ ਹੋਰ ਲੋਕ ਕਿਵੇਂ ਮਤਲਬ ਤਾਰੀਫ ਕਰ ਰਹੇ ਨੇ, ਮਤਲਬ ਇੱਕ ਨਿੱਕੀ ਜਿਹੀ ਗੱਲ ਨੂੰ ਲੈ ਕੇ ਸਪੋਰਟ ਸਿੱਧੀ ਕਰ ਰਹੇ ਨੇ, ਅਤੇ ਆਪਣੇ ਫਿਰ ਫਾਲੋਅਰ ਨੂੰ ਵੀ ਲੈ ਕੇ ਆਉਣਗੇ, ਪਰ ਦੇਸ਼ ਜਾਵੇ ਕਿੱਧਰ ਨੂੰ? ਕੋਈ ਹੋਰ ਖਬਰ ਹੈ ਉਹ ਵੀ ਨਾਲ ਲੈ ਲਿਓ। ਪਰ ਤੁਸੀਂ 5G ਦੀ ਗੱਲ ਕੀਤੀ ਹੈ, ਪੰਜਾਬ ਦੇ DGP ਨੇ ਚੁਕੰਨਾ ਕੀਤਾ ਕਿ ਬਹੁਤ ਸਾਰੇ ਲੋਕਾਂ ਨੂੰ ਮੈਸੇਜ ਆ ਰਹੇ ਨੇ ਕਿ ਦੇਸ਼ 'ਚ 5G ਕਈ ਸ਼ਹਿਰਾਂ 'ਚ ਅੱਜ ਲਾਂਚ ਹੋਇਆ, ਕਿ 5G ਦੇ ਮਾਮਲੇ 'ਚ ਤੁਹਾਨੂੰ ਕਾਲ ਆਉਂਦੀ ਹੈ ਕਿ ਤੁਹਾਡਾ 4G ਤੋਂ 5G 'ਚ ਬਦਲਣਾ, ਆ ਸਾਨੂੰ OTP ਦਿਓ, ਇਸ ਸਿਲਸਿਲੇ 'ਚ ਲੁੱਟੇ ਨਾ ਜਾਓ। ਸੋ ਪੰਜਾਬ ਦੇ ਮੁੱਖ ਥਾਣੇਦਾਰ ਸਾਹਿਬ DGP ਵੱਲੋਂ ਇਹ ਹਦਾਇਤਾਂ ਆਈਆਂ ਨੇ। ਸੋ ਇਸ ਕਰਕੇ ਉਸ ਤੋਂ ਥੋੜ੍ਹਾ ਜਿਹਾ ਸੁਚੇਤ ਰਹੋ। ਅਤੇ ਸੁਰਿੰਦਰ ਜੀ, ਇਹ BJP ਦੇ ਵਾਧਾ ਕਾਰਵਾਂ ਜਾਂ ਪੰਜਾਬ ਦੀ ਸਿਆਸਤ ਜਾਂ ਪੰਜਾਬ ਦੀ ਸਿੱਖ ਸਿਆਸਤ ਕਰੋ, ਫਿਰ ਇਸ ਨੂੰ ਕੰਪਲੀਟ ਫਿਰ ਅੱਗੇ ਲਈਏ ਤਾਂ ਜੀ। ਪਰਮਿੰਦਰ ਦੇਖੋ, ਗੱਲ ਇਹ ਆ, ਸਿੱਖਾਂ ਕੋਲੇ ਮੈਂ ਅੱਗੇ ਕਿਹਾ ਕਿ ਇੱਕ ਲੀਡਰਸ਼ਿਪ ਦੇ ਵਿੱਚ ਨਾ ਲੀਡਰਸ਼ਿਪ ਦਾ ਖਲਾਅ ਬਹੁਤ ਵੱਡਾ ਪੈਦਾ ਹੋ ਜੀ, ਜਿਹਨੂੰ ਅਕਾਲੀ ਦਲ ਭਰਨ 'ਚ ਕਾਮਯਾਬ ਹੀ ਨਹੀਂ ਹੋਇਆ। ਕੋਸ਼ਿਸ਼ ਬਹੁਤ ਕੀਤੀ, ਉਹਨਾਂ SGPC ਨੂੰ ਅੱਗੇ ਲਾਇਆ, ਉਹਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਾਇਆ, ਪਰ ਸਿੱਖਾਂ ਨੇ ਅਸੈਪਟ ਨਹੀਂ ਕੀਤਾ। ਇਹ ਬਦਕਿਸਮਤੀ ਹੈ। ਉਹ ਸਿੱਖ ਕੈਪਟਨ ਅਮਰਿੰਦਰ ਸਿੰਘ ਤੇ ਬਾਕੀ ਧਿਰਾਂ ਦੇ ਰੂਪ 'ਚ BJP 'ਚ ਚਲ ਗਏ, ਕੁਝ ਦਿੱਲੀ ਵਾਲਿਆਂ ਦੇ ਰੂਪ 'ਚ ਚਲੇ ਗਏ, ਕੁਝ
ਖਾੜਕੂਆਂ ਦੇ ਰੂਪ 'ਚ ਚਲ ਗਏ, ਮਤਲਬ ਅਲੱਗ-ਅਲੱਗ ਧਿਰਾਂ ਦੇ ਉਹ ਬੀਜੇਪੀ ਦੇ ਕੋਟੇ 'ਚ ਪੈ ਗਏ, ਇਹਦੇ 'ਚ ਕੋਈ ਦੋ ਰਹਿ ਉਹਨਾਂ ਨੂੰ ਰਸਤਾ ਨਹੀਂ ਦਿਖਿਆ। ਅਗਲਾ ਕਹਿੰਦੇ ਯਾਰ ਜਿੱਥੇ ਥਾਂ ਮਿਲਦੀ ਉੱਥੇ ਬਹਿ ਜਾਓ। ਆਪਾਂ ਦੇਖਦੇ ਵੱਡਾ ਪੰਡਾਲ ਹੁੰਦਾ ਨਾ, ਅਗਲਾ ਕਹਿੰਦੇ ਯਾਰ ਅੱਗੇ ਨਹੀਂ ਜਾਣਾ, ਪਿੱਛੇ ਜਿੱਥੇ ਥਾਂ ਮਿਲਦੀ ਉੱਥੇ ਬਹਿ ਤੇ ਜਾਓ ਨਾ, ਘੱਟੋ ਘੱਟ ਬਹਿ ਤੇ ਜਾਵਾਂਗੇ ਸਕੂਨ ਦੇ ਨਾਲ। ਹਰ ਬੰਦਾ ਬੈਠਣ ਲਈ ਤਿਆਰ, ਉਹ ਕਹਿੰਦਾ ਬਹਿ ਜਾਓ ਯਾਰ ਜਿੱਥੇ ਥਾਂ ਮਿਲਦੀ। ਕਿਉਂਕਿ ਜੇ ਲੀਡਰਸ਼ਿਪ ਹੋਵੇ ਸਿੱਖਾਂ ਦੀ ਤਾਂ ਮਗਰ ਪਰੋਲ ਵੇ ਸਾਰਿਆਂ ਨੂੰ। ਹੁਣ ਲੀਡਰਸ਼ਿਪ ਤੇ ਕੋਈ ਯਕੀਨ ਕਰ ਲਈ ਤਿਆਰ, ਇਸੇ ਕਰਕੇ ਸਾਰੇ ਖਿੰਡੇ ਖੁੰਡੇ ਪਏ। ਜੇ ਲੀਡਰਸ਼ਿਪ ਹੁੰਦੀ ਤਾਂ ਸ਼ਾਇਦ ਖਿੰਡ ਦੇਗਾ। ਇਸ ਕਰਕੇ ਪ੍ਰਬੰਧ ਲਈ ਕੁਝ ਹੋਣਾ ਹੀ ਸੀ ਜਿਹੜਾ ਹੁਣ ਹੋ ਰਿਹਾ। ਹੌਲੀ ਹੌਲੀ ਬੀਜੇਪੀ ਦਾ ਕਾਰਵਾ ਵੱਧਦਾ ਤੇ ਵਧਣਾ ਵੀ ਹੈ। ਜਿੰਨਾ ਬੀਜੇਪੀ ਦਾ ਕਾਰਵਾ ਵਧੇਗਾ ਉਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਅਕਾਲੀ ਦਲ ਨੂੰ ਹੋਏਗਾ। ਘੱਟ ਗਿਣਤੀਆਂ ਨੂੰ ਵੀ ਹੋਏਗਾ, ਉਹਦੇ 'ਚ ਬੜਾ ਨੁਕਸਾਨ ਹੈ। ਪਰ ਗੱਲ ਇਹ ਹੈ ਕਿ ਉਹ ਗੁਰੂ ਨਾਨਕ ਸਾਹਿਬ ਦਾ ਵਾਕ ਹੈ ਕਿ ਭੈੜੇ ਭੈੜੇ ਵਸਦੇ ਰਹੋ, ਚੰਗੇ ਚੰਗੇ ਉੱਜੜ ਦਿਓ। ਜਿਸ ਤਰ੍ਹਾਂ ਹੁਣ ਨਾ ਕੋਈ ਜੋਬ ਹੈ ਅਤੇ ਨਾ ਕੋਈ ਮਤਲਬ ਇੱਥੇ ਸਿਕਿਉਰਿਟੀ ਹੈ। ਪੰਜਾਬ ਦੇ ਵਿੱਚ ਲੋਕ ਬੁਲਟ ਪ੍ਰੂਫ ਜੈਕਟਾਂ, ਬੁਲਟ ਪ੍ਰੂਫ ਗੱਡੀਆਂ ਖਰੀਦ ਰਹੇ ਨੇ। ਇੱਕ ਰਿਪੋਰਟ ਹੈ ਕਿ ਅਮਰੀਕਾ ਦੇ ਵਿੱਚ 2010 ਤੋਂ ਲੈ ਕੇ 2020 ਦੇ ਦਰਮਿਆਨ ਭਾਰਤੀਆਂ ਦੀ ਆਬਾਦੀ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧੀ ਹੈ, ਚੀਨ ਦੇ ਨਾਲੋਂ ਵੀ ਜ਼ਿਆਦਾ। 2010 ਦੇ ਵਿੱਚ ਅਮਰੀਕਾ ਦੇ ਵਿੱਚ 28,40,000 ਭਾਰਤੀ ਸੀਗੇ, ਪਰ 2022 ਦੇ ਵਿੱਚ ਇਹਨਾਂ ਦੀ ਤਾਦਾਦ 28 ਲੱਖ ਤੋਂ ਵੱਧ ਕੇ 41,40,000 ਹੋ ਗਈ ਹੈ। ਜਦੋਂ ਕਿ ਚੀਨ ਵਾਲੇ 2010 'ਚ 33 ਲੱਖ ਸੀ, ਉਹ 33 ਲੱਖ ਤੋਂ 41 ਲੱਖ ਹੋਏ ਨੇ। ਮਸਲਨ ਚੀਨ ਵਾਲੇ ਲੋਕ ਇਹਨਾਂ 12 ਸਾਲਾਂ ਦੇ ਦੌਰਾਨ 9.5 ਲੱਖ ਵਧੇ ਨੇ, ਜਦੋਂ ਕਿ ਭਾਰਤੀ 13 ਲੱਖ ਤੋਂ ਵੱਧ ਅਮਰੀਕਾ 'ਚ ਵਧੇ ਨੇ। ਜਾਣੀ ਚੀਨ ਜਿਹੜਾ ਪੂਰੀ ਦੁਨੀਆ 'ਚ ਆਪਣਾ ਛੋਟੇ ਉਦਯੋਗ ਕਰਕੇ, ਨਿੱਕੇ ਨਿੱਕੇ ਰੁਜ਼ਗਾਰ ਕਰਕੇ ਉਹ ਆਪਣੇ ਮੁਲਕ ਦੇ ਵਿੱਚ ਹੀ ਸੈਟਿਸਫਾਈ ਹੋ ਰਿਹਾ। ਆਬਾਦੀ ਤਕਰੀਬਨ ਚੀਨ ਦੀ ਜ਼ਿਆਦਾ ਹੈ ਸਾਡੇ ਨਾਲੋਂ, ਪਰ ਫਿਰ ਵੀ ਅਮਰੀਕਾ ਵਰਗੇ ਮੁਲਕ ਦੇ ਵਿੱਚ ਉਹ ਸਾਡੇ ਨਾਲੋਂ ਘੱਟ ਵਧੇ ਨੇ। ਅਤੇ ਸਾਡੇ ਜਿਹੜਾ ਬ੍ਰੇਨ ਡਰੇਨ, ਜਿਵੇਂ ਤੌਖਲਾ ਕੀਤਾ ਸੀ ਕਲਾਮ ਸਾਹਿਬ ਨੇ, ਉਹ ਬ੍ਰੇਨ ਡਰੇਨ ਵੱਧ ਰਿਹਾ। 23 ਰਾਜਾਂ ਦੇ ਵਿੱਚ ਭਾਰਤ ਦੇ ਵਿੱਚ, ਅਮਰੀਕਾ ਦੇ 23 ਸੂਬਿਆਂ ਦੇ ਵਿੱਚ ਭਾਰਤੀਆਂ ਦੀ ਵਸੋਂ ਸਭ ਤੋਂ ਵੱਧ ਹੈ। ਸੋ ਇਸ ਮਾਮਲੇ 'ਚ ਤੁਸੀਂ ਵੇਖੋ ਕਿ ਨਾ ਉਹਨਾਂ NRI ਨੂੰ ਵੋਟ ਦਾ ਰਾਈਟ ਦੇ ਰਹੇ ਨੇ ਅਤੇ ਨਾ ਕੁਛ ਹੋਰ ਦੇ ਰਹੇ ਨੇ। ਜਿਸ ਤਰ੍ਹਾਂ ਦੇ ਹਾਲਾਤ ਨੇ, ਤੁਸੀਂ ਵੇਖੋ ਸੁਰਿੰਦਰ ਜੀ, ਉਹ ਵੀਡੀਓ ਕਿੰਨੀ ਦਿਲ ਹਿਲਾਊ ਹੈ। ਜਦੋਂ ਆਪਣੇ 18 ਵਰ੍ਹਿਆਂ ਦੇ ਨਸ਼ੇ ਦੇ ਕਾਰਨ ਮਾਰੇ ਗਏ ਪੁੱਤ ਦੇ ਬਲਦੇ ਸਿਵੇ ਕੋਲ ਖੜ੍ਹ ਕੇ ਇੱਕ ਗ੍ਰੰਥੀ ਨੇ ਜੋ ਚੇਤਾਵਨੀ ਦਿੱਤੀ ਹੈ ਕਿ ਇਸ ਪੁੱਤ ਦੇ ਸਿਵੇ ਦਾ ਸੇਕ ਸਿਰਫ ਮੈਨੂੰ ਹੀ ਨਹੀਂ, ਇਸ ਨੇ ਤੁਹਾਡੇ ਘਰਾਂ ਨੂੰ ਵੀ ਸਾੜ ਦੇਣਾ। ਇਸ ਸਿਵੇ ਦੀ ਬਲਦੀ ਅੱਗ ਨੂੰ ਤੁਸੀਂ ਰੌਸ਼ਨੀ ਨਾ ਸਮਝੋ, ਇਸ ਨੇ ਤੁਹਾਡੇ ਘਰਾਂ ਦੇ ਵਿੱਚ ਹਨੇਰਾ ਕਰ ਦੇਣਾ। ਸੋ ਇਸ ਮਾਮਲੇ ਦੇ ਵਿੱਚ ਉਹ ਬੜੀ ਭਾਵੁਕ ਅਪੀਲ ਸੀ। ਇਸੇ ਤਰ੍ਹਾਂ ਇੱਕ ਜਿਹੜਾ ਸਿਵਾ ਬਲਿਆ ਸੀ ਕਿਸਾਨ ਅੰਦੋਲਨ ਦੇ ਦੌਰਾਨ ਨਵਰੀਤ ਸਿੰਘ ਡਿਵੜਵਾ ਦਾ, ਉਸ ਦੌਰਾਨ ਵੀ ਇੱਕ ਸਿੱਖ ਪ੍ਰਚਾਰਕ ਅਨੂਪ ਸਿੰਘ ਨੇ ਆਖਿਆ ਸੀ ਕਿ ਇਹ ਸਾਡੇ ਪੁੱਤਰਾਂ ਨੂੰ ਬਲਦੀ ਦੇ ਬੂਥੇ ਲਿਆਉਂਦੇ ਨੇ। ਕਿਸ ਤਰ੍ਹਾਂ ਉਸ ਕਿਸਾਨ ਅੰਦੋਲਨ ਦੇ ਵਿੱਚ ਇਹ ਲੋਕ ਰਾਤ ਨੂੰ ਆਏ ਅਤੇ ਇਹਨਾਂ ਨੇ ਆਖਿਆ ਕਿ ਲਾਲ ਕਿਲ੍ਹੇ 'ਤੇ ਖਾਲਸਾਈ ਝੰਡੇ ਲਹਿਰਾਓ। ਇਹਨਾਂ ਨੇ ਸਾਡੇ ਬੱਚਿਆਂ ਨੂੰ ਗੁੰਮਰਾਹ ਕੀਤਾ। ਜੇ ਗੁੰਮਰਾਹ ਨਾ ਕੀਤਾ ਹੁੰਦਾ ਤਾਂ ਨਵਰੀਤ ਅੱਜ ਸਾਡੇ ਵਿੱਚ ਹੁੰਦਾ। ਨਵਰੀਤ ਦੇ ਬਲਦੇ ਸਿਵੇ 'ਤੇ ਵੀ ਉਹ ਜਿਹੜਾ ਸਿੱਖ ਪ੍ਰਚਾਰਕ ਸੀ ਯੂਪੀ ਦਾ ਅਨੂਪ ਸਿੰਘ, ਉਹ ਬੋਲਿਆ ਸੀ। ਇਸੇ ਤਰ੍ਹਾਂ ਖਡੂਰ ਸਾਹਿਬ ਦੇ ਵਿੱਚ 18 ਵਰ੍ਹਿਆਂ ਦੇ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋਈ ਹੈ। ਸੋ ਆਪਣੇ ਪੁੱਤਰ ਦੀ ਮੌਤ ਲਈ ਨਸ਼ੇ ਨੂੰ ਜ਼ਿੰਮੇਵਾਰ ਦੱਸਦਿਆਂ ਉਸ ਨੌਜਵਾਨ ਜਤਿੰਦਰ ਸਿੰਘ ਦੇ ਸੰਸਕਾਰ ਮੌਕੇ ਉਸ ਦੇ ਪਿਤਾ ਜਸਵਿੰਦਰ ਸਿੰਘ ਗ੍ਰੰਥੀ ਨੇ ਭਾਵੁਕ ਹੋ ਕੇ ਜਿਹੜੀ ਅਪੀਲ ਕੀਤੀ ਹੈ ਨਾ ਬਲਦੇ ਚਿਖਾ ਤੋਂ, ਸ਼ਾਇਦ ਇਹਨਾਂ ਸਾਡੇ ਸਿਆਸਤਦਾਨਾਂ ਦੇ ਮੂੰਹ 'ਤੇ ਚਪੇੜ ਹੈ, ਜਿਹੜੇ ਰੋਜ਼ ਕਹਿੰਦੇ ਨੇ, ਇਹ ਕਹਿੰਦੇ ਨੇ ਕਿ ਅਸੀਂ 7 ਮਹੀਨਿਆਂ 'ਚ ਉਹ ਕੁਛ ਕਰ ਦਿੱਤਾ ਜੋ 70 ਸਾਲ 'ਚ ਨਹੀਂ ਹੋਇਆ। ਪਰ ਫਿਰ ਇਹ 7 ਮਹੀਨਿਆਂ 'ਚ ਕਿੰਨੀਆਂ ਮੌਤਾਂ ਓਵਰਡੋਜ਼ ਨਾਲ ਹੋਈਆਂ ਨੇ, ਕਿੰਨੇ ਥਾਂ ਧਰਨੇ ਲੱਗੇ ਨੇ, ਕਦੇ ਜਵਾਬ ਹੈ ਇਹਨਾਂ ਕੋਲ। ਸੋ ਇਸ ਰਸਤੇ ਵਿੱਚ ਉਸ ਗ੍ਰੰਥੀ ਦੇ ਜਿਹਨੇ ਆਪਣੇ ਪੁੱਤਰ ਨੂੰ ਵਿਛੋੜਿਆ, ਪੁੱਤਰ ਦੇ ਲਾਸ਼ ਨੂੰ ਮੋਢਾ ਦੇ ਕੇ ਉਸ ਦੇ ਬਲਦੇ ਸਿਵੇ ਦਾ ਸੇਕ ਝੱਲਿਆ, ਬਹੁਤ ਭਾਵੁਕ ਅਪੀਲ ਹੈ। ਸੋ ਜਿਹੜੇ ਨੌਜਵਾਨ ਪੈਸੇ ਦੇ ਲਾਲਚ ਦੇ ਵਿੱਚ, ਜਿਹੜੇ ਗੈਂਗਸਟਰ ਪੈਸੇ ਦੇ ਲਾਲਚ ਦੇ ਵਿੱਚ ਨਸ਼ਿਆਬ ਨੂੰ ਵਧਾ ਰਹੇ ਨੇ, ਅੱਜ ਅੰਮ੍ਰਿਤਪਾਲ ਆਏ ਨੇ। ਸਭ ਤੋਂ ਵੱਡੀ ਮੁਹਿੰਮ ਹੈ ਜੇ ਪੰਜਾਬ ਬਚਾਉਣਾ। ਇਸ ਤਰ੍ਹਾਂ ਦੇ ਜਿਹੜੇ ਗੁਰਸਿੱਖ ਗ੍ਰੰਥੀਆਂ ਦੇ ਹੰਝੂ ਪੂੰਝਣੇ ਆ, ਉਹ ਕੰਮ ਕਰਨ ਦੀ ਜ਼ਿਆਦਾ ਜ਼ਰੂਰਤ ਹੈ। ਪਰ ਅਫਸੋਸ ਉਹ ਚੀਜ਼ਾਂ ਹੋ ਨਹੀਂ ਰਹੀਆਂ ਸੁਰਿੰਦਰ ਜੀ। ਹਰ ਕੋਈ ਧਾਰਮਿਕ ਸਿਆਸਤ 'ਚੋਂ, ਈਵਨ ਬੇਅਦਬੀ ਦੇ ਵਿੱਚੋਂ ਵੀ ਆਪਣੀ ਕੁਰਸੀ ਵੇਖਦਾ ਹੈ। ਕਰੋ ਸਮਾਪਤੀਆਂ ਪਲੀਜ਼ ਜੀ। ਪਰਮਿੰਦਰ, ਗੱਲ ਇਹ ਹੈ ਕਿ ਤੁਸੀਂ ਗ੍ਰੰਥੀ ਦੀ ਗੱਲ ਕੀਤੀ। ਪਰਮਿੰਦਰ, ਗ੍ਰੰਥੀ ਆਪਣਾ ਘਰ ਨਹੀਂ ਬਚਾ ਪਾਏ ਤੇ ਗ੍ਰੰਥੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਵੀ ਨਹੀਂ ਜੋੜ ਪਾਏ। ਇਹ ਵੱਡੀ ਬਦਕਿਸਮਤੀ ਹੈ। ਡੇਰੇਦਾਰਾਂ ਨੂੰ ਛੱਡ ਦਿਓ, ਡੇਰੇਦਾਰਾਂ ਤੇ ਆਪਦਾ ਡੇਰਾ ਦੂਸਰਾ ਪ੍ਰਫੁੱਲਤ ਕਰਨਾ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਸਤਿਕਾਰ ਵਾਲੀ ਗੱਲ ਨਹੀਂ ਹੈ। ਉਹਨਾਂ ਨੂੰ ਤੇ ਇੱਕ ਬਾਬੇ ਦਾ ਜਿੰਨਾ ਵੱਧ ਨਾਮ ਹੋਏਗਾ ਉਹਨਾਂ ਵੱਧ ਚੜਾਵਾ ਆਏਗਾ। ਬਾਬਾ ਜਿੰਨਾ ਵੱਧ ਸਿਰ ਹਿਲਾਏਗਾ ਉਹਨਾਂ ਵੱਧ ਸੰਗਤ ਮਗਰ ਝੂਮੇਗੀ। ਉਹਨਾਂ ਦਾ ਮਕਸਦ ਸਿਰਫ ਹੋਗਾ। ਗੱਲ ਆ ਜਿਹੜਾ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਆ, ਉਹਦੀ ਡਿਊਟੀ ਸੀ ਕਿ ਲੋਕਾਂ ਨੂੰ, ਖਾਸ ਕਰ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ। ਪਰ ਬਦਕਿਸਮਤੀ
ਉਹ ਸਿੱਖਾਂ ਨੂੰ ਕੀ ਜੋੜ ਸਕੇ, ਗ੍ਰੰਥੀ ਸਿੰਘ ਆਪਣੇ ਪਰਿਵਾਰਾਂ ਨੂੰ ਵੀ ਸਿੱਖੀ ਨਾਲ ਨਹੀਂ ਜੋੜ ਪਾਏ। ਬੜੀ ਬਦਕਿਸਮਤੀ ਹੈ। ਜਿਹੜਾ ਗ੍ਰੰਥੀ ਬਣਿਆ ਉਹ ਆਪਦੇ ਘਰ ਵਾਲੀ ਨੂੰ ਨਹੀਂ ਸਿੱਖੀ ਨਾਲ ਜੋੜ ਸਕਿਆ, ਆਪਣੇ ਬੱਚਿਆਂ ਨੂੰ ਨਹੀਂ ਜੋੜ ਸਕਿਆ, ਇੱਥੋਂ ਤੱਕ ਕਿ ਆਪਣੇ ਮਾਂ-ਬਾਪ ਨੂੰ ਵੀ ਨਹੀਂ ਜੋੜ ਸਕਿਆ। ਪਰ ਉਹਨੇ ਵੀ ਗ੍ਰੰਥੀ ਬਣ ਕੇ ਗ੍ਰੰਥੀ ਨੂੰ ਐਜ ਏ ਪ੍ਰੋਫੈਸ਼ਨਲ ਉਹਨੇ ਦੂਸਰਾ ਕੀ ਕਹਿੰਦੇ ਹੁੰਦੇ ਆ ਆਪਣਾ ਕੀਤਾ ਵਾ, ਅਪਣਾਇਆ ਵਾ, ਬਤੌਰ ਸੇਵਾਦਾਰ ਨਹੀਂ ਅਪਣਾਇਆ। ਇਸੇ ਕਰਕੇ ਹਾਲਤ ਬਣੀ ਆ। ਉਹ ਕਹਿੰਦਾ ਨਹੀਂ ਜੀ ਮੇਰਾ ਤੇ ਬਿਜ਼ਨਸ ਆ, ਮੇਰੀ ਤੇ ਨੌਕਰੀ ਆ, ਮੈਂ ਨੌਕਰੀ ਕਰਨੀ ਆ, ਦੋਨੋਂ ਟਾਈਮ ਪਾਠ ਕਰਨਾ, ਸੇਵਾ ਕਰਨੀ ਆ, ਮੈਨੂੰ ਤਨਖਾਹ ਮਿਲਦੀ। ਉਹ ਇੱਥੋਂ ਤੱਕ ਸੀਮਤ ਹੋ ਗਏ। ਪਰਮਿੰਦਰ, ਜਦੋਂ ਇੱਥੋਂ ਤੱਕ ਸੀਮਤ ਹੋਵੋਗੇ ਤੁਸੀਂ ਜ਼ਿੰਮੇਵਾਰੀਆਂ ਤੋਂ ਭੱਜੋਗੇ ਤੇ ਫਿਰ ਬਲ ਦਾ ਜਿਹੜਾ ਸੇਕ ਆ, ਇਹ ਸੇਕ ਮਤ ਸੋਚੋ ਕਿਸੇ ਇੱਕ ਦੇ ਘਰ ਤੱਕ ਰਹੇਗਾ। ਜੇ ਇੱਕ ਘਰ 'ਚ ਬਲਿਆ, ਉਸ ਪਰਿਵਾਰ ਨੂੰ ਸੇਕ ਆਇਆ, ਉਹਦੇ ਗੁਆਂਢੀਆਂ ਨੂੰ ਵੀ ਆਏਗਾ, ਉਸ ਮੁਹੱਲੇ ਨੂੰ ਵੀ ਆਏਗਾ, ਤੇ ਉਸ ਪਿੰਡ ਨੂੰ ਵੀ ਆਏਗਾ, ਪਿੰਡ ਤੋਂ ਬਾਅਦ ਉਹ ਏਰੀਏ ਨੂੰ ਵੀ ਆਏਗਾ। ਸਭ ਨੂੰ ਉਹਦਾ ਸੇਕ ਹੌਲੀ ਹੌਲੀ ਜਿਹੜਾ ਉਹ ਲੱਗੇਗਾ। ਇਸ ਕਰਕੇ ਸਮਝ ਜਾਣਾ ਚਾਹੀਦਾ, ਪਰ ਬਦਕਿਸਮਤੀ ਸਾਡੀ ਕੌਮ ਜਿਹੜੀ ਉਹ ਸਮਝ ਨਹੀਂ ਸਕਦੀ। ਬਿਲਕੁਲ, ਤੁਸੀਂ ਵੇਖੋ ਕਿ ਸੁਲਤਾਨਪੁਰ ਲੋਧੀ ਦੇ ਵਿੱਚ, ਕਪੂਰਥਲਾ ਦੇ ਵਿੱਚ, ਪਿੰਡ ਤਰਫਾਜ਼ੀ ਦੇ ਵਿੱਚ, ਕਿਉਂਕਿ ਮੌਸਮ ਬਹੁਤ ਸੋਹਣਾ, ਇੱਕ ਬਜ਼ੁਰਗ ਔਰਤ 60 ਸਾਲਾਂ ਆਪਣੇ ਵਰਾਂਡੇ 'ਚ ਪਈ ਸੀਗੀ ਰਾਤ ਨੂੰ। ਕਿਸੇ ਨੇ ਘਰ ਦੇ ਅੰਦਰ ਵੜ ਕੇ ਅਣਪਛਾਤੇ ਲੋਕਾਂ ਨੇ ਉਹਨਾਂ ਦੇ ਘਰ ਦੀ ਬਿਜਲੀ ਬੰਦ ਕੀਤੀ ਤੇ ਉਸ ਦੇ ਮੂੰਹ 'ਚ ਕੱਪੜਾ ਦੇ ਕੇ ਤੁੰਨ ਕੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ। ਘਰ ਦੇ ਜੀ ਅੰਦਰ ਸੁੱਤੇ ਸਨ। 12 ਵਜੇ ਜਦੋਂ ਇਹ ਰੌਲਾ ਪਿਆ, ਆਖਰ ਬਿਜਲੀ ਕਨੈਕਸ਼ਨ ਕੱਟਿਆ ਗਿਆ, ਬਜ਼ੁਰਗ ਔਰਤ ਦੇ ਹੱਥ ਪੈਰ ਬੰਨ੍ਹ ਕੇ ਮੂੰਹ 'ਚ ਕੱਪੜਾ ਦੇ ਕੇ ਉਸ ਦਾ ਕਤਲ ਕੀਤਾ ਗਿਆ। ਤੇ ਫਿਰ ਜਦੋਂ ਹਿਲਜੁਲ ਹੋਈ ਤੇ ਘਰ ਦਾ ਉਸ ਦਾ ਪੋਤਰਾ ਉੱਠਿਆ, ਰੌਲਾ ਪੈਣ ਲੱਗਿਆ ਤੇ ਉਸ ਤੋਂ ਬਾਅਦ ਉਸ ਔਰਤ ਦਾ ਕਤਲ ਕਰਕੇ ਉਹ ਲੋਕ ਫਰਾਰ ਹੋ ਗਏ। ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਬਜ਼ੁਰਗ ਦਾ ਪੁੱਤਰ 6 ਸਾਲ ਬਾਅਦ NRI ਹੈ, ਜਰਮਨੀ ਦੇ ਵਿੱਚ ਪੱਕੇ ਹੋਣ ਤੋਂ ਬਾਅਦ ਆਪਣੀ ਮਾਤਾ ਨੂੰ ਮਿਲਣ ਆ ਰਿਹਾ ਸੀ, ਪਰ ਅਫਸੋਸ ਕਿ ਉਸ ਤੋਂ ਪਹਿਲਾਂ ਹੀ ਉਸ ਦੀ ਮਾਤਾ ਸਿਵਿਆਂ ਨੂੰ ਤੋਰ ਦਿੱਤੀ ਗਈ। ਕਿਸ ਤਰ੍ਹਾਂ ਦੀ ਸਥਿਤੀ ਹੈ? ਤੁਸੀਂ ਵਰਾਂਡਿਆਂ 'ਚ ਖੁੱਲ੍ਹਿਆਂ 'ਚ ਨਹੀਂ ਸੌ ਸਕਦੇ, ਆਪਣੇ ਘਰ ਦੇ ਵਿੱਚ ਤੁਸੀਂ ਸੇਫ ਨਹੀਂ ਹੈ। ਸੋ ਜਿਸ ਤਰ੍ਹਾਂ ਦਾ ਲਾਅ ਐਂਡ ਆਰਡਰ ਹੈ ਕਿ ਪੋਲੀਟੀਕਲ ਲੋਕ ਪੁਲਿਸ ਨੂੰ, CID ਨੂੰ, ਸਾਈਬਰ ਕ੍ਰਾਈਮ ਨੂੰ ਆਪਣੇ ਮਫਾਦ ਲਈ ਵਰਤ ਰਹੇ ਨੇ, ਮੀਡੀਆ ਨੂੰ ਆਪਣੇ ਮਫਾਦ ਲਈ ਵਰਤ ਰਹੇ ਨੇ। ਤੇ ਇਹ ਬਜ਼ੁਰਗ ਦੀ ਜਿਸ ਤਰ੍ਹਾਂ ਮੌਤ ਹੋਈ ਹੈ ਤੇ ਉਹਦਾ ਪੁੱਤਰ ਜੋ ਜਰਮਨੀ ਤੋਂ ਬੜੇ ਚਾਅ ਦੇ ਨਾਲ ਪੱਕਾ ਹੋਣ ਤੋਂ ਬਾਅਦ ਇੰਡੀਆ ਆਇਆ ਤੇ ਉਸ ਦੇ ਆਉਂਦਿਆਂ ਹੀ ਉਸ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ। ਇਸ ਤਰ੍ਹਾਂ ਦੀਆਂ ਖਬਰਾਂ ਦਿਲ ਹਿਲਾਉਣ ਵਾਲੀਆਂ ਨੇ। ਸੋ ਲਾਲਚ ਦੇ ਵਿੱਚ, ਆਪਣੀਆਂ ਲਾਲਸਾਵਾਂ ਦੇ ਵਿੱਚ ਇਸ ਪੰਜਾਬ ਨੂੰ ਜੋ ਵਸਦਾ ਗੁਰਾਂ ਦੇ ਨਾਂ 'ਤੇ, ਇਸ ਨੂੰ ਵਸਦਾ ਰਹਿਣ ਦਿਓ। ਪਰ ਅਫਸੋਸ ਇਹ ਨਹੀਂ ਹੋ ਰਿਹਾ। ਸੁਰਿੰਦਰ ਬਾਈ ਜੀ, ਸਰੋਤਿਆਂ ਨੂੰ ਸੂਚਨਾ ਦੇ ਦਈਏ ਕਿ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮੀ 7:30 ਤੋਂ 9:30 ਆਪਾਂ ਲਾਈਵ ਹੁੰਦੇ ਹਾਂ। ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਜੁੜਦੇ ਨੇ। ਤੁਸੀਂ ਆਪਣੇ ਇਹਨਾਂ ਭਰਾਵਾਂ ਨੂੰ ਆਪਣੀ ਵੈਬਸਾਈਟ tivanaradio.com ਤੇ ਲਾਈਵ ਸੁਣ ਸਕਦੇ ਹੋ। ਆਪਣੀ ਵੈਬਸਾਈਟ tivanaradio.com ਤੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਇੰਸਟਾਲ ਕਰੋ। ਤੇ ਇਸ ਪ੍ਰੋਗਰਾਮ ਦਾ ਫੇਸਬੁੱਕ ਤੇ YouTube ਦਾ ਲਿੰਕ ਉੱਥੇ ਮਿਲੇਗਾ ਜਿੱਥੇ ਆਪਾਂ ਲਾਈਵ ਹੁੰਦੇ ਹਾਂ। ਸੋ ਫੇਸਬੁੱਕ, YouTube ਲਾਈਕ ਤੇ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾ ਦਿਓ। ਤੇ ਇਸ ਤੋਂ ਇਲਾਵਾ ਜੇ ਇਸ YouTube ਦਾ ਲਿੰਕ ਆਪਣੇ WhatsApp ਨੰਬਰ 'ਤੇ ਮੰਗਵਾਉਣਾ ਤਾਂ ਮੇਰਾ ਸੰਪਰਕ ਅਤੇ ਆਪਣਾ WhatsApp ਗਰੁੱਪ ਨੰਬਰ ਹੈ ਇੰਡੀਆ ਸਟੂਡੀਓ ਦਾ, ਜਿਸ 'ਤੇ ਤੁਸੀਂ ਪ੍ਰੋਗਰਾਮ 'ਚ ਵੀ ਕਾਲ ਕਰ ਸਕਦੇ ਹੋ। ਉਹ ਨੰਬਰ ਹੈ 9873609655 9876309655। ਅਮਰੀਕਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਜੇ ਸੁਣਨਾ ਰੇਡੀਓ ਨੂੰ ਫੋਨ ਦੇ ਰਾਹੀਂ ਤਾਂ ਆਪਣਾ ਕਾਲ ਟੂ ਲਿਸਨ ਨੰਬਰ ਹੈ ਅਮਰੀਕਾ ਦਾ 667-930-9260। ਆਪਣੀ ਵੈਬਸਾਈਟ tivanaradio.com ਤੇ ਪੰਜਾਬੀ 'ਚ ਖਬਰਾਂ ਵੀ ਪੜ੍ਹ ਸਕਦੇ ਹੋ। ਹੋਰ ਸਿਹਤ ਵਿਗਿਆਨ ਦੇ ਸੰਬੰਧਿਤ ਆਰਟੀਕਲ ਵੀ ਇੱਥੇ ਪੜ੍ਹ ਸਕਦੇ ਹੋ। ਸੋ ਇਸ ਦੇ ਨਾਲ ਹੀ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਸੁਰਿੰਦਰ ਜੀ। ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਵੀ ਇਹ ਵਿਸ਼ੇਸ਼ TV ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ TV ਤੇ ਰੇਡੀਓ ਦੇ ਨਾਲ।